ਸਵਾਗਤ ਮੈਂ ਹਰਜਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਪ੍ਰੋਫੈਸਰ ਜਮਸ਼ੀਦ ਅਲੀ ਖਾਨ। ਪ੍ਰੋਫੈਸਰ ਸਾਹਿਬ ਜੀ ਆਇਆ। ਹਾਂਜੀ, ਸਤਿ ਸ੍ਰੀ ਅਕਾਲ ਜੀ ਰੰਧਾਵਾ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ। ਤੁਸੀਂ ਤਾਉਮਰ ਸ਼ਾਹੀ ਸ਼ਹਿਰ ਦੇ ਵਿੱਚ ਬਿਤਾਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਵਿੱਚ ਅੱਜ ਧਮਾਕਾ ਹੋਇਆ। ਧਮਾਕਾ ਸਿਆਸਤ ਦਾ ਹੋਇਆ। ਕਾਂਗਰਸ ਪਾਰਟੀ ਜਿਹਨੇ ਉਹਨਾਂ ਨੂੰ 2 ਵਾਰੀ ਮੁੱਖ ਮੰਤਰੀ ਬਣਾਇਆ, ਉਹਨੂੰ ਬਾਏ ਬਾਏ ਕਹਿ ਕੇ ਔਰ ਉਹਨਾਂ ਨੇ ਆਪਣੀ ਨਵੀਂ ਪਾਰਟੀ ਬਣਾ ਲਈ ਹੈ। ਮੈਨੂੰ ਤਾਂ ਇਤਿਹਾਸ ਦੁਹਰਾਇਆ ਜਾਂਦਾ ਲੱਗਦਾ ਹੈ, ਜਿਵੇਂ ਬਾਦਲ ਟੌੜਾ ਵੱਖ ਹੋਏ ਸੀਗੇ ਔਰ ਟੌੜੇ ਦੀ ਪਾਰਟੀ ਸਰਬ ਹਿੰਦ ਅਕਾਲੀ ਦਲ ਆਪਣਾ ਤਾਂ ਕੁਝ ਨਾ ਸਵਾਰ ਸਕੀ, ਲੇਕਿਨ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਨੂੰ ਡੂੰਘੇ ਪਾਣੀਆਂ 'ਚ ਲੈ ਗਈ। ਲੇਕਿਨ ਹੁਣ ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜੇ ਨੁਕਤੇ ਉਠਾਏ ਗਏ ਆ, ਸ਼੍ਰੀਮਤੀ ਸੋਨੀਆ ਗਾਂਧੀ ਨੂੰ ਭੇਜੇ ਆਪਣੇ ਅਸਤੀਫੇ ਵਾਲੇ ਪੱਤਰ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਕੁਝ ਆਪਣੇ ਮੰਤਰੀਆਂ ਤੇ ਵੀ ਸਵਾਲ ਚੱਕਦੇ ਆ ਔਰ ਸਿੱਧੂ ਵਰਸਸ ਸਿੱਧੂ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਗੋਦ ਦੇ ਨੇ, ਇਹ ਵੀ ਹੋਈ ਪਈ ਆ। ਉਹਨਾਂ ਨੇ ਬਹੁਤ ਸਾਰਾ ਸਮਾਂ ਜਿਹੜਾ ਸਥਾਨ ਆਪਣੇ ਪੱਤਰ ਦੇ ਵਿੱਚ ਸਿੱਧੂ ਨੂੰ ਦਿੱਤਾ। ਮਤਲਬ ਪੋਲੀਟੀਕਲ ਰਾਈਵਲਰੀ, ਸਿਆਸੀ ਸ਼ਰੀਕੇਬਾਜ਼ੀ ਸਿਰ ਚੜ ਕੇ ਬੋਲਦੀ। ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੇ ਮਨ ਬਣਾ ਲਿਆ ਕਿ ਨਾ ਖੇਡਣਾ ਨਾ ਖੇਡਣ ਦੇਣਾ। ਕਾਂਗਰਸ ਪਾਰਟੀ ਨੂੰ ਹਰਾਉਣ ਲਈ ਔਰ ਸਿੱਧੂ ਨੂੰ ਮੁੱਦਿਆਂ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਆਪਣੀ ਜਿੱਦ ਤੇ ਅੜ ਗਿਆ। ਕਈ ਦਿਨਾਂ ਤੋਂ ਉਹਨਾਂ ਨੂੰ ਮਨਾਉਣ ਦੀ ਕਵਾਇਦ ਸੀ, ਜਿਹੜੀ ਸਿਰੇ ਨਹੀਂ ਚੜੀ ਔਰ ਆਖਰ ਉਹਨਾਂ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ। ਹੁਣ ਵੇਖਣਾ ਇਹ ਆ ਕਿ ਉਹ ਕਾਂਗਰਸ ਦੀ ਕਿੰਨੇ ਪ੍ਰਤੀਸ਼ਤ ਵੋਟ ਖਰਾਬ ਕਰਦੇ ਆ। ਉਹ ਆਪਣੀ ਇਸ ਤਰ੍ਹਾਂ ਚੋਣਾਂ ਤੋਂ ਐਨ ਪਹਿਲਾਂ ਬਣੀ ਪਾਰਟੀ ਨੂੰ ਕਿਸ ਹੱਦ ਤੱਕ ਸਫਲਤਾ ਦਿਵਾ ਸਕਦੇ ਆ। ਇਤਿਹਾਸ ਵਿੱਚ ਅਜਿਹੀਆਂ ਪਾਰਟੀਆਂ ਦੇ ਹਸ਼ਰ ਕਿਹੋ ਜਿਹੇ ਹੁੰਦੇ ਆ। ਕੈਪਟਨ ਅਮਰਿੰਦਰ ਸਿੰਘ ਵਰਗਾ 2 ਵਾਰ ਦਾ ਮੁੱਖ ਮੰਤਰੀ ਜਿਹਦਾ ਮੁਖੀ ਹੋਵੇ, ਉਹ ਕੋਈ ਕਰਿਸ਼ਮਾ ਕਰਨ ਦੀ ਗੁੰਜਾਇਸ਼ ਰੱਖਦਾ ਜਦੋਂ ਉਹ 4.5 ਸਾਲ ਅਸਫਲ ਹੋਇਆ ਹੋਵੇ। ਪਹਿਲੇ 5 ਸਾਲ ਦੇ ਵਿੱਚ ਉਹਦੀ ਸਫਲਤਾ ਦਿਸਦੀ ਹੈ। ਅੱਜ ਇਹ ਦੇਖਣਾ ਬੜਾ ਜ਼ਰੂਰੀ ਹੋਊਗਾ ਕਿ ਕਾਂਗਰਸ ਦੇ ਕੈਂਡੀਡੇਟਸ ਨੂੰ ਕਿੰਨਾ ਕੁ ਨੁਕਸਾਨ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਕੈਂਡੀਡੇਟ ਕਰਦੇ ਆ, ਜਾਂ ਉਹਨਾਂ ਦਾ ਸਮਝੌਤਾ ਕਿੰਨਾ ਪਾਰਟੀਆਂ ਨਾਲ ਹੁੰਦਾ। ਕਾਂਗਰਸ ਵਿੱਚੋਂ ਕਿਹੜੇ ਲੋਕ ਛੱਡ ਕੇ ਉਹਨਾਂ ਨਾਲ ਜਾ ਸਕਦੇ ਆ। ਟੌੜਾ ਗਰੁੱਪ ਦੇ ਵਿੱਚੋਂ ਪੁਰਾਣੇ ਲੋਕ, ਜਾਂ ਸੁਖਦੇਵ ਸਿੰਘ ਢੀਂਡਸਾ ਦੇ ਗਰੁੱਪ ਦੇ, ਜਾਂ ਪੁਰਾਣੇ ਅਕਾਲੀ ਜਿਹੜੇ ਅਕਾਲੀ ਦਲ 'ਚ ਹੁੰਦੇ ਆ ਉਹਨਾਂ ਨਾਲ ਜੁੜੇ ਰਹੇ ਆ, ਸਰਦਾਰ ਰਵਿੰਦਰ ਸਿੰਘ ਵਰਗੇ, ਕੀ ਉਹ ਸਾਰੇ ਦੇ ਸਾਰੇ ਉਹਨਾਂ ਦਾ ਸਾਥ ਦੇਣਗੇ? ਸੋ ਤੁਹਾਡੇ ਸਾਹਮਣੇ ਮੈਂ 3 ਸਵਾਲ ਰੱਖਦਾ। ਇੱਕ ਤਾਂ ਨੁਕਤਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨਾਲ ਸ਼ਿਕਵੇ ਕਿਹੜੇ ਕੀਤੇ ਆ, ਤੇ ਦੂਜਾ ਐਸੀਆਂ ਪਾਰਟੀਆਂ ਦਾ ਇਤਿਹਾਸ ਕਿਹੋ ਜਿਹਾ ਰਿਹਾ, ਤੇ ਤੀਜਾ ਨੰਬਰ ਕਿ ਕਾਂਗਰਸ ਨੂੰ ਡੈਂਟ ਪਾਉਣ 'ਚ ਕਾਮਯਾਬ ਹੋਣਗੇ ਕੈਪਟਨ ਅਮਰਿੰਦਰ ਸਿੰਘ ਕਿ ਨਹੀਂ। ਸਭ ਤੋਂ ਪਹਿਲਾਂ ਕਹਿ ਕੀ ਰਹੇ ਨੇ ਕੈਪਟਨ ਸਾਹਿਬ ਨੇ ਅੱਜ ਜਿਹੜਾ ਅਸਤੀਫਾ ਦਿੱਤਾ ਹੈ ਪਾਰਟੀ ਤੋਂ, ਉਹਦੇ ਵਿੱਚ 7 ਪੇਜ ਦਾ ਲੈਟਰ ਲਿਖਿਆ ਸੋਨੀਆ ਗਾਂਧੀ ਨੂੰ। 7 ਪੇਜ ਦੇ ਵਿੱਚ ਉਹਨਾਂ ਨੇ ਕਾਫੀ ਗੱਲਾਂ ਕੀਤੀਆਂ ਨੇ ਅਮਰਿੰਦਰ ਸਿੰਘ ਹੋਣਾ ਨੇ। ਇੱਕ ਤਾਂ ਉਹਨਾਂ ਨੇ ਆਪਣਾ ਬੈਕਗਰਾਉਂਡ ਦਿੱਤਾ, ਮੈਂ ਕਿਸ ਤਰ੍ਹਾਂ ਆਰਮੀ ਦੇ ਵਿੱਚੋਂ ਆਇਆ, ਕਿਸ ਤਰ੍ਹਾਂ ਮੈਂ ਕਾਂਗਰਸ ਪਾਰਟੀ ਜੁਆਇਨ ਕੀਤੀ, 1980 ਦੇ ਵਿੱਚ ਮੈਂ ਮੈਂਬਰ ਪਾਰਲੀਮੈਂਟ ਬਣਿਆ, ਫਿਰ ਬਲੂ ਸਟਾਰ ਆਪਰੇਸ਼ਨ ਦੇ ਮੁੱਦੇ ਤੇ ਮੈਂ ਕਾਂਗਰਸ ਪਾਰਟੀ ਨੂੰ ਛੱਡਿਆ, 97 ਦੇ ਵਿੱਚ ਫਿਰ ਮੈਂ ਦੁਬਾਰਾ ਆ ਗਿਆ, 99 ਦੇ ਵਿੱਚ ਮੈਂ ਕਾਂਗਰਸ ਪਾਰਟੀ ਨੂੰ ਸੀਟਾਂ ਦਿਲਵਾਈਆਂ ਲੋਕ ਸਭਾ ਦੀਆਂ। ਸਾਰੀਆਂ ਆਪਣੀ ਜਿਹੜੀ ਪੋਲੀਟੀਕਲ ਹਿਸਟਰੀ ਹੈ ਉਹਦੇ ਵਿੱਚ ਰਿਪੀਟ ਕੀਤੀ ਹੈ ਜੀ। ਔਰ ਇੱਕ ਗੱਲ ਹੋਰ ਜਿਹੜੀ ਉਹਦੇ ਵਿੱਚ ਕੀਤੀ ਹੈ, ਉਹਨਾਂ ਨੇ ਆਪਣੀ ਜਿਹੜੀ 4.5 ਸਾਲ ਦੀ ਪਰਫਾਰਮੈਂਸ ਹੈ, ਆਮ ਤੌਰ ਤੇ ਜੋ ਪੰਜਾਬ ਦੇ ਵਿੱਚ ਗੱਲਾਂ ਹੁੰਦੀਆਂ ਨੇ ਸਟੇਟ ਦੇ ਵਿੱਚ ਕਿ ਅਮਰਿੰਦਰ ਸਿੰਘ ਨੇ ਕੁਝ ਨਹੀਂ ਕੀਤਾ 4.5 ਸਾਲਾਂ ਦੇ ਵਿੱਚ, ਕੋਈ ਪਰਫਾਰਮੈਂਸ ਨਹੀਂ ਸੀ ਉਹਨਾਂ ਦੀ, ਬੜੀ ਪੂਅਰ ਪਰਫਾਰਮੈਂਸ ਸੀ। ਲੇਕਿਨ ਉਹਦੇ ਵਿੱਚ ਅਮਰਿੰਦਰ ਸਿੰਘ ਉਹਨਾਂ ਨੇ ਇਹ ਲਿਖਿਆ ਹੈ ਕਿ 92% ਮੈਂ ਆਪਣੇ ਪ੍ਰੋਮਿਸਿਸ ਜਿਹੜੇ ਸੀ ਪੂਰੇ ਕੀਤੇ। ਔਰ ਜਿਹੜਾ ਇੰਡੀਆ ਦੇ ਵਿੱਚ ਰਿਕਾਰਡ ਹੈ, ਉਹ ਕਹਿੰਦੇ ਚੰਦਰ ਬਾਬੂ ਨਾਇਡੂ ਨੇ 87% ਕੀਤੇ ਸੀ, ਮੈਂ ਉਸ ਤੋਂ ਵੀ ਜ਼ਿਆਦਾ ਜਿਹੜਾ ਕੀਤਾ। ਮੇਰਾ ਇੰਡੀਆ ਦੇ ਵਿੱਚ ਰਿਕਾਰਡ ਹੈ, ਇੰਨੀ ਜ਼ਬਰਦਸਤ ਮੇਰੀ ਪਰਫਾਰਮੈਂਸ ਰਹੀ ਹੈ। ਹਰ ਇੱਕ ਫਰੰਟ ਤੇ ਮੈਂ ਜਿਹੜਾ ਹੈਗਾ ਉਹ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ। ਮਾਫੀਆ ਵਾਲੇ ਇਸ਼ੂ ਤੇ ਉਹਨੇ ਇਹ ਗੱਲ ਕੀਤੀ ਹੈ ਕਿ ਮਾਫੀਆ ਵਾਲੇ ਇਸ਼ੂ ਤੇ ਇਸ ਕਰਕੇ ਜ਼ਿਆਦਾ ਕੰਮ ਨਹੀਂ ਹੋ ਸਕਿਆ ਕਿਉਂਕਿ ਕਾਂਗਰਸ ਦੇ ਕਈ MLA, ਕਈ ਮੰਤਰੀ ਵੀ ਉਹਦੇ ਵਿੱਚ ਇਨਵੋਲਵਡ ਸੀ। ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਔਰ ਸਭ ਤੋਂ ਜ਼ਿਆਦਾ ਜਿਹੜੀ ਸਪੇਸ ਦਿੱਤੀ ਹੈ ਉਹ ਨਵਜੋਤ ਸਿੱਧੂ ਨੂੰ ਲੈ ਕੇ ਦਿੱਤੀ ਗਈ ਹੈ। ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣ ਦੇ ਇਸ਼ੂ ਤੇ ਲੈ ਕੇ
ਕਿ ਮੈਂ ਬਹੁਤ ਐਡਵਾਈਸ ਕੀਤਾ ਤੁਹਾਨੂੰ, ਕਾਂਗਰਸ ਪਾਰਟੀ ਨੂੰ ਐਡਵਾਈਸ ਕੀਤਾ ਕਿ ਇਸ ਤਰ੍ਹਾਂ ਦੇ ਬੰਦੇ ਨੂੰ ਕਾਂਗਰਸ ਦਾ ਪ੍ਰਧਾਨ ਨਾ ਬਣਾਇਆ ਜਾਵੇ। ਔਰ ਮੈਂਬਰ ਪਾਰਲੀਮੈਂਟ ਵੀ ਕਾਂਗਰਸ ਦੇ ਮੇਰੀ ਇਸ ਚੀਜ਼ ਨਾਲ ਸਹਿਮਤ ਸੀ। ਮੈਂਬਰ ਪਾਰਲੀਮੈਂਟ ਜਿਹੜੇ ਪੰਜਾਬ ਤੋਂ ਸੀ, ਉਹਨਾਂ ਦੇ ਐਡਵਾਈਸ ਨੂੰ ਛੱਡ ਕੇ, ਮੇਰੇ ਐਡਵਾਈਸ ਨੂੰ ਛੱਡ ਕੇ ਤੁਸੀਂ ਐਸੇ ਇਨਸਾਨ ਨੂੰ ਜਿਹੜਾ ਪ੍ਰਧਾਨ ਬਣਾਇਆ ਪੰਜਾਬ ਕਾਂਗਰਸ ਦਾ, ਜਿਹਦੇ ਵਿੱਚ ਕੋਈ ਕੈਪੇਬਿਲਿਟੀ ਨਹੀਂ ਹੈ ਔਰ ਪਾਕਿਸਤਾਨ ਨਾਲ ਉਹਦੇ ਡੀਪ ਰਿਲੇਸ਼ਨਸ ਹੈਗੇ, ਉੱਥੇ ਦੇ ਪ੍ਰਾਈਮ ਮਿਨਿਸਟਰ ਨਾਲ, ਉੱਥੇ ਦੇ ਚੀਫ ਆਫ ਦੀ ਆਰਮੀ ਸਟਾਫ ਦੇ ਨਾਲ। ਇਸ ਤਰ੍ਹਾਂ ਦੇ ਬੰਦੇ ਨੂੰ ਤੁਸੀਂ ਸਾਹਮਣੇ ਲੈ ਕੇ ਆਂਦਾ ਤੇ ਮੈਨੂੰ ਬੇਇੱਜ਼ਤ ਕਰਕੇ ਤੁਸੀਂ ਜਿਸ ਤਰ੍ਹਾਂ ਅਹੁਦੇ ਤੋਂ ਲਾਇਆ ਹੈ, ਉਹਦੀ ਵਜ੍ਹਾ ਕਰਕੇ ਮੈਂ ਇਹ ਅਸਤੀਫਾ ਦੇ ਰਿਹਾ। ਹਾਲਾਂਕਿ ਮੈਂ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਬਣਵਾ ਕੇ ਦਿੱਤੀਆਂ। 1997 ਦੇ ਵਿੱਚ ਇੰਨੀ ਮਾੜੀ ਪਰਫਾਰਮੈਂਸ ਸੀ ਕਾਂਗਰਸ ਪਾਰਟੀ ਦੀ, ਆਪਾਂ ਨੂੰ ਪਤਾ ਹੀ ਹੋਈ 14 ਸੀਟਾਂ ਸੀ, ਉੱਥੇ 17 ਲਿਖਿਆ ਹੋਇਆ, ਪਰ ਐਕਚੁਅਲੀ 14 ਸੀ 97 ਦੇ ਵਿੱਚ, ਕਿ 14 ਸੀਟਾਂ ਤੋਂ ਮੈਂ ਅੱਗੇ ਲਿਜਾ ਕੇ 2002 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਵਾਤੀ। 17 ਦੇ ਵਿੱਚ ਫੇਰ ਬਣਵਾਈ, ਲਗਾਤਾਰ ਪਾਰਲੀਮੈਂਟ ਦੀਆਂ ਸੀਟਾਂ ਜਿਤਵਾਈਆਂ, ਪਰ ਇਹਦੇ ਬਾਵਜੂਦ ਵੀ ਮੇਰੀ ਕੋਈ ਕਦਰ ਨਹੀਂ ਪਾਈ ਤੇ ਮੈਨੂੰ ਇਸ ਤਰ੍ਹਾਂ ਬੇਇੱਜ਼ਤ ਕਰਕੇ ਕੱਢਿਆ। ਨਵਜੋਤ ਸਿੱਧੂ ਨੂੰ ਜਿਹੜਾ ਪ੍ਰਧਾਨ ਬਣਾਇਆ, ਇਹ ਸਾਰੇ ਸ਼ਿਕਵੇ ਗਿਲੇ ਤੇ ਆਪਣੀਆਂ ਪ੍ਰਾਪਤੀਆਂ ਗਨਾਈਆਂ ਉਹਦੇ ਵਿੱਚ। ਉਹ ਸਾਰਿਆਂ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਤੋਂ ਅਸਤੀਫਾ ਦਿੰਦਾ ਤੇ ਮੇਰਾ ਅਸਤੀਫਾ ਪ੍ਰਵਾਨ ਕੀਤਾ ਜਾਵੇ। ਇਹ ਸਾਰੀਆਂ ਗੱਲਾਂ ਉਹਦੇ ਵਿੱਚ ਹੋਈਆਂ ਹੈਗੀਆਂ। ਜੀ ਪ੍ਰੋਫੈਸਰ ਸਾਹਿਬ, ਮੈਨੂੰ ਹੁਣ ਤੁਸੀਂ ਇਹ ਦੱਸੋ, ਕਿਉਂਕਿ ਤੁਸੀਂ ਹਿਸਟਰੀ ਦੇ ਵਿਦਿਆਰਥੀ ਹੋ, ਰਾਜਨੀਤੀ ਦੇ ਵਿਦਿਆਰਥੀ ਹੋ, ਮੈਨੂੰ ਇਹ ਜ਼ਰੂਰ ਦੱਸੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਇਹ ਮੂਵ, ਜਿਹੜੀ ਉਹਨਾਂ ਦੀ ਇਹ ਪਹਿਲ ਆ, ਔਰ ਇਲੈਕਸ਼ਨ ਦੇ ਐਨ ਮੁਹਾਣੇ ਤੇ 2 ਕਦਮ ਪਹਿਲਾਂ ਇਲੈਕਸ਼ਨ ਤੋਂ, ਇਹ ਕਿੰਨੀ ਕੁ ਸਫਲ ਹੁੰਦੀ ਆ? ਇਹਦਾ ਕੋਈ ਇਤਿਹਾਸ ਹੈ? ਕੈਪਟਨ ਅਮਰਿੰਦਰ ਸਿੰਘ ਨੂੰ ਜੇਕਰ ਅਸਫਲਤਾਵਾਂ ਦਾ ਇਤਿਹਾਸ ਹੈ ਤੇ ਉਹਦੇ ਨਾਲੋਂ ਵੱਖਰਾ ਕੇ ਵੇਖਿਆ ਜਾ ਸਕਦਾ? ਕੈਪਟਨ ਅਮਰਿੰਦਰ ਸਿੰਘ ਇਸ ਮੌਕੇ ਤੇ ਕਿਸ ਤਰ੍ਹਾਂ ਅੱਗੇ ਵੱਧ ਸਕਦੇ ਆ, ਜਦੋਂ ਕਿ ਉਹਨਾਂ ਦੀ ਉਮਰ ਵੀ ਕਾਫੀ ਹੋ ਚੁੱਕੀ? ਉਹਦੇ 'ਚ ਦੇਖੋ, 1-2 ਗੱਲਾਂ ਹੈਗੀਆਂ। ਇੱਕ ਤਾਂ ਇਹ ਹੈ ਕਿ ਇਕੱਲੇ ਪੰਜਾਬ ਦੀ ਗੱਲ ਨਹੀਂ, ਜੇ ਆਪਾਂ ਆਲ ਓਵਰ ਇੰਡੀਆ ਨਜ਼ਰ ਮਾਰੀਏ, ਕਈ ਸਟੇਟਾਂ ਦੇ ਵਿੱਚ ਬੜੇ ਬੜੇ ਲੀਡਰਾਂ ਨੇ, ਜਿਹੜੇ ਚੀਫ ਮਿਨਿਸਟਰ ਰਹੇ ਜਾਂ ਮਿਨਿਸਟਰ ਰਹੇ, ਉਹਨਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਪਣੀਆਂ ਪਾਰਟੀਆਂ ਬਣਾਈਆਂ ਤੇ ਕਾਮਯਾਬ ਵੀ ਰਹੇ। ਜਿਵੇਂ ਮਮਤਾ ਬੈਨਰਜੀ ਦੀ ਗੱਲ ਕਰੀਏ, ਜਾਂ ਸਾਂਗਵਾਂ ਦੀ ਗੱਲ ਕਰੀਏ, ਜਾਂ ਆਂਧਰਾ ਪ੍ਰਦੇਸ਼ ਵਾਲੇ ਚੀਫ ਮਿਨਿਸਟਰ ਦੀ ਗੱਲ ਕਰੀਏ, ਬੜੀਆਂ ਐਗਜ਼ਾਮਪਲਸ ਹੈਗੀਆਂ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਪਣੀਆਂ ਰੀਜਨਲ ਪਾਰਟੀਆਂ ਖੜੀਆਂ ਕੀਤੀਆਂ ਤੇ ਉਹ ਕਾਮਯਾਬ ਵੀ ਹੈਗੀਆਂ। ਪਰ ਉਹ ਫਾਈਟਰ ਸੀਗੇ ਕੈਪਟਨ ਅਮਰਿੰਦਰ ਸਿੰਘ ਨੂੰ ਲੂਜ਼ਰ ਵਜੋਂ ਲਾਇਆ ਗਿਆ, ਇਹ ਦੇਖਣਾ ਹੋਊਗਾ। ਇਹੀ ਆਪਾਂ ਗੱਲ ਕਰ ਰਹੇ ਹਾਂ ਕਿ ਇਹਨਾਂ ਦਾ ਕੇਸ ਜਿਹੜਾ ਥੋੜਾ ਜਿਹਾ ਡਿਫਰੈਂਟ ਹੈ ਅਮਰਿੰਦਰ ਸਿੰਘ ਦਾ। ਜੀ, ਅਮਰਿੰਦਰ ਸਿੰਘ ਨੂੰ ਜਿਹੜਾ ਲਾਇਆ ਗਿਆ ਹੈ ਤੇ ਬਾਅਦ ਦੇ ਵਿੱਚ ਅਮਰਿੰਦਰ ਸਿੰਘ ਨੇ ਕਾਂਗਰਸ ਛੱਡੀ ਹੈ, ਇਹਨਾਂ ਦਾ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਹੈ ਕੇਸ ਹੈ। ਕਿਉਂਕਿ ਅਮਰਿੰਦਰ ਸਿੰਘ ਨੂੰ ਇਸ ਆਧਾਰ ਤੇ ਲਾਇਆ ਗਿਆ ਕਿ ਇਹਨਾਂ ਦੀ ਪਰਫਾਰਮੈਂਸ ਜਿਹੜੀ ਹੈ ਬਿਲਕੁਲ ਨੀਲ ਸੀ। ਜੀ, ਕਾਂਗਰਸ ਨੂੰ ਇਹ ਲੱਗਦਾ ਸੀ ਪਾਰਟੀ ਨੂੰ ਕਿ ਅਗਰ ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਇਲੈਕਸ਼ਨ ਲੜਾਂਗੇ ਤਾਂ ਲੋਕਾਂ ਨੂੰ ਫੇਸ ਕਰਨਾ ਮੁਸ਼ਕਿਲ ਹੋ ਜਾਏਗਾ। 4.5 ਸਾਲ ਦੇ ਵਿੱਚ ਕੁਝ ਨਹੀਂ ਕੀਤਾ। ਇਹ ਸਿਰਫ ਹਾਈ ਕਮਾਂਡ ਦਾ ਨਹੀਂ ਸੀ ਇੰਪ੍ਰੈਸ਼ਨ, ਬਲਕਿ ਪੰਜਾਬ ਦੇ ਲੋਕਾਂ ਦਾ ਇਨ ਜਨਰਲ, ਕਾਂਗਰਸ ਦੇ MLAs ਦਾ। ਸਾਰੇ MLA ਰੋਜ਼ ਇਹ ਰੌਲਾ ਪਾਉਂਦੇ ਸੀ ਕਾਂਗਰਸ ਦੇ ਕਿ ਅਗਰ ਇਹੀ ਹਾਲ ਰਿਹਾ ਕਾਂਗਰਸ ਪਾਰਟੀ ਦੀ ਪਰਫਾਰਮੈਂਸ ਦਾ ਤਾਂ ਸਾਨੂੰ ਲੋਕਾਂ ਨੂੰ ਫੇਸ ਕਰਨਾ ਮੁਸ਼ਕਿਲ ਹੋ ਜਾਏਗਾ। ਇਸ ਤਰ੍ਹਾਂ ਦਾ ਜਿਹੜਾ ਹੈ, ਧੀਮਾਨ ਸਾਹਿਬ ਦੀ ਗੱਲ ਆਪਾਂ ਕਰੀਏ, ਅਮਰਗੜ੍ਹ ਵਾਲਿਆਂ ਦੀ, ਉਹਨਾਂ ਨੇ ਲਾਸਟ ਦਿਨਾਂ ਦੇ ਵਿੱਚ ਇਹ ਵੀ ਕਹਿਤਾ ਸੀ ਕਿ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਦੇ ਵਿੱਚ ਮੈਂ ਇਲੈਕਸ਼ਨ ਹੀ ਨਹੀਂ ਲੜਨੀ। ਬਿਲਕੁਲ ਕਿਹਾ ਸੀ। ਬਹੁਤ ਸਾਰੇ ਐਸੇ ਕੇਸ ਸੀ। ਤਾਂ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਲਾਇਆ ਗਿਆ ਹੈ। ਜਿਹੜਾ ਚੀਫ ਮਿਨਿਸਟਰ ਦੇ ਤੌਰ ਤੇ ਫੇਲ ਹੋ ਕੇ ਲਿਆ ਹੈ ਜੀ, ਉਹ ਨਵੀਂ ਪਾਰਟੀ ਬਣਾ ਕੇ ਕਿੰਨਾ ਕੁ ਕਾਮਯਾਬ ਹੋ ਸਕਦਾ, ਇਹ ਦੇਖਣਾ ਹੈ। ਵਖਰੇਵਾਂ ਕੀ ਹੈ ਜੀ? ਇੱਕ ਜਿਹੜਾ ਵਖਰੇਵਾਂ ਇਹ ਹੈ, ਵੈਸੇ ਤਾਂ ਅਕਾਲੀ ਪਾਰਟੀ 'ਚ ਤਾਂ ਕਈ ਵਾਰੀ ਹੋਇਆ ਹੈ। ਇੱਕ ਵਾਰੀ 1967 ਦੀ ਗੱਲ ਇਹ ਹੈ, ਲਛਮਣ ਸਿੰਘ ਗਿੱਲ ਹੁੰਦਾ ਸੀ ਇੱਕ ਗੁਰਨਾਮ ਸਿੰਘ ਗਵਰਨਮੈਂਟ ਦੇ ਵਿੱਚ, ਅਕਾਲੀ ਦਲ ਦਾ ਬੜਾ ਇੰਪੋਰਟੈਂਟ ਲੀਡਰ ਸੀ। ਹੀ ਵਾਜ਼ ਸੈਕਟਰੀ ਆਫ SGPC ਆਲਸੋ। ਉਹਨੇ ਪੰਜਾਬੀ ਸੂਬੇ 'ਚ ਵੀ ਬੜਾ ਰੋਲ ਅਦਾ ਕੀਤਾ ਸੀ। ਜਦ ਗੁਰਨਾਮ ਸਿੰਘ ਨੂੰ ਚੀਫ ਮਿਨਿਸਟਰ ਬਣਾਤਾ 1967 ਦੇ ਵਿੱਚ, ਜਸਟਿਸ ਗੁਰਨਾਮ ਸਿੰਘ ਨੂੰ, ਉਹਨੂੰ ਇਹ ਲੱਗਿਆ ਮੇਰਾ ਕਲੇਮ ਸੀ। ਉਹਨੇ ਪਾਰਟੀ ਛੱਡ ਕੇ ਆਪਣੀ ਇੱਕ ਅਲੱਗ ਪਾਰਟੀ ਬਣਾ ਲਈ, ਪੰਜਾਬ ਜਨਤਾ ਪਾਰਟੀ।
8 ਕੁ ਮਹੀਨੇ ਤਾਂ ਰੂਲ ਕਰ ਲਿਆ ਕਾਂਗਰਸ ਦੀ ਮਦਦ ਦੇ ਨਾਲ, ਸੈਂਟਰ ਪਾਰਟੀ ਦੀ ਰੂਲਿੰਗ ਦੀ ਮਦਦ ਦੇ ਨਾਲ। ਲੇਕਿਨ ਜਦ ਮਿਡ ਟਰਮ ਇਲੈਕਸ਼ਨਸ ਹੋਈਆਂ 1969 ਦੇ ਵਿੱਚ, ਉਹਨੂੰ ਸਿਰਫ 1 ਸੀਟ ਮਿਲੀ। ਇਸੇ ਤਰ੍ਹਾਂ ਹੀ ਗੁਰਚਰਨ ਸਿੰਘ ਟੌੜਾ ਦੀ ਆਪਾਂ ਗੱਲ ਲੈਂਦੇ ਹਾਂ ਕਿ ਅਕਾਲੀ ਦਲ ਦੇ ਵਿੱਚ ਸਪਲਿਟ ਹੋਈ। ਗੁਰਚਰਨ ਸਿੰਘ ਟੌੜੇ ਵਰਗਾ ਲੀਡਰ ਜਿਹੜਾ ਛੱਡ ਕੇ ਉਹਨੇ ਸਰਵ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾਇਆ। ਚਾਹੇ ਉਹ ਆਪਣਾ ਤਾਂ ਕੁਝ ਨਹੀਂ ਸਵਾਰ ਸਕਿਆ, ਲੇਕਿਨ ਅਕਾਲੀ ਦਲ ਨੂੰ ਜ਼ਰੂਰ ਹਰਾਤਾ 2002 ਦੀਆਂ ਇਲੈਕਸ਼ਨਾਂ ਦੇ ਵਿੱਚ। ਲੇਕਿਨ ਅਮਰਿੰਦਰ ਸਿੰਘ ਦਾ ਕੇਸ ਜਿਹੜਾ ਥੋੜਾ ਜਿਹਾ ਡਿਫਰੈਂਟ ਹੈ, ਜੋ ਅੱਜ ਦਾ ਸਿਨੈਰੀਓ ਉਹਦੇ ਵਿੱਚ ਅਸੀਂ ਗੱਲ ਕਰ ਸਕਦੇ ਹਾਂ ਕਿ ਜਿੰਨਿਆਂ ਨੇ ਵੀ ਆਪਣੀਆਂ ਪਾਰਟੀਆਂ ਛੱਡ ਕੇ ਅਲੱਗ ਪਾਰਟੀਆਂ ਬਣਾਈਆਂ, ਉਹਨਾਂ ਦਾ ਕਿਸੇ ਦਾ ਸੈਂਟਰ ਰੂਲਿੰਗ ਪਾਰਟੀ ਨਾਲ ਨਹੀਂ ਸਮਝੌਤਾ ਹੋਇਆ। ਅਮਰਿੰਦਰ ਸਿੰਘ ਜਿਹੜੀ ਅੱਜ ਪਾਰਟੀ ਬਣਾਈ ਹੈ ਉਹਨੇ, ਇਹਨੂੰ ਥੋੜਾ ਜਿਹਾ ਵੱਖਰਾ ਇਸ ਕਰਕੇ ਹੈ ਕਿ ਜਿੰਨੇ ਬਾਕੀ ਲੀਡਰ ਹੈਗੇ, ਚਾਹੇ ਅਸੀਂ ਟੌੜਾ ਸਾਹਿਬ ਦੀ ਗੱਲ ਕਰੀਏ, ਚਾਹੇ ਹੋਰਾਂ ਲੀਡਰਾਂ ਦੀ ਗੱਲ ਕਰੀਏ, ਜਿਨ੍ਹਾਂ ਨੇ ਪ੍ਰਮੁੱਖ ਜਿਹੜੀਆਂ ਮੁੱਖ ਪਾਰਟੀਆਂ ਹੈਗੀਆਂ, ਮੁੱਖ ਧਾਰਾ ਚੋਂ ਨਿਕਲ ਕੇ ਆਪਣੀਆਂ ਰੀਜਨਲ ਪਾਰਟੀਆਂ ਬਣਾਇਆ, ਪਰ ਸੈਂਟਰ ਰੂਲਿੰਗ ਪਾਰਟੀ ਦਾ ਉਹਨਾਂ ਨਾਲ ਕੋਈ ਅਲਾਈਅੰਸ ਨਹੀਂ ਸੀ। ਲੇਕਿਨ ਹੁਣ ਜਿਹੜਾ ਥੋੜਾ ਜਿਹਾ ਫਰਕ ਹੈ ਅਮਰਿੰਦਰ ਸਿੰਘ ਦੀ ਪੋਜੀਸ਼ਨ 'ਚ ਲੱਗ ਰਿਹਾ, ਉਹ ਇਹ ਹੈ ਕਿ ਕਾਂਗਰਸ ਨੇ ਤਾਂ ਉਹਨੂੰ ਡਿਸਓਨ ਕਰਤਾ ਔਰ ਇਹ ਕਹਿ ਕੇ ਕੱਢਤਾ ਕਿ ਤੇਰੀ ਪਰਫਾਰਮੈਂਸ ਕੁਝ ਨਹੀਂ। ਪਰ ਸੈਂਟਰ ਰੂਲਿੰਗ ਪਾਰਟੀ ਬੀਜੇਪੀ ਨਾਲ ਉਹਨਾਂ ਦਾ ਪਹਿਲਾਂ ਵੀ ਪੂਰਾ ਰਾਬਤਾ ਸੀ ਜਦੋਂ ਚੀਫ ਮਿਨਿਸਟਰ ਸੀ ਜੀ, ਤੇ ਹੁਣ ਵੀ ਜਿਹੜੀ ਨਵੀਂ ਪਾਰਟੀ ਹੈ, ਓਪਨਲੀ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਰਿਹਾ ਜਦ ਪਾਰਟੀ ਹਜੇ ਅਨਾਉਂਸ ਵੀ ਨਹੀਂ ਸੀ ਕੀਤੀ ਕਿ ਮੈਂ ਨਵੀਂ ਪਾਰਟੀ ਬਣਾਣੀ ਹੈ ਔਰ ਉਸ ਪਾਰਟੀ ਦੀ ਸੀਟ ਐਡਜਸਟਮੈਂਟ ਜਿਹੜੀ ਬੀਜੇਪੀ ਨਾਲ ਹੋਏਗੀ, ਸੈਂਟਰ ਰੂਲਿੰਗ ਪਾਰਟੀ ਨਾਲ। ਤੇ ਨਾਰਾਜ਼ ਜਿਹੜੇ ਅਕਾਲੀ ਹੈਗੇ, ਨਾਰਾਜ਼ ਅਕਾਲੀਆਂ ਤੋਂ ਮੇਰਾ ਖਿਆਲ ਉਹਨਾਂ ਦਾ ਮਤਲਬ ਇਹ ਹੈ ਸੰਯੁਕਤ ਅਕਾਲੀ ਦਲ। ਹਾਲਾਂਕਿ ਸੰਯੁਕਤ ਅਕਾਲੀ ਦਲ ਵਾਲਿਆਂ ਨੇ ਤਾਂ ਲਗਾਤਾਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਮੈਂ ਬਿਆਨ ਪੜ੍ਹਿਆ ਆਇਆ ਹੀ ਹੈ ਕਿ ਸਾਡੀ ਅਮਰਿੰਦਰ ਸਿੰਘ ਨਾਲ ਇਸੇ ਬਾਰੇ ਕੋਈ ਗੱਲ ਨਹੀਂ ਹੋਈ ਜੀ, ਉਹਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਉਹਨੂੰ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਨਹੀਂ ਦੇਣੀਆਂ ਚਾਹੀਦੀਆਂ। ਪਰ ਸਿਆਸਤ ਦੇ ਵਿੱਚ ਕੋਈ ਵੀ ਪੋਸੀਬਿਲਿਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ। ਨਹੀਂ, ਇਹਦੇ ਵਿੱਚ ਇੱਕ ਚੀਜ਼ ਮੈਂ ਐਡ ਆਨ ਕਰਨਾ ਚਾਹੂੰਗਾ। ਤੁਹਾਨੂੰ ਤਾਂ ਪਤਾ ਹੀ ਆ, ਤੁਸੀਂ ਤਾਂ ਪੁਰਾਣੇ ਘਾਗ ਹੋ ਇਹਨਾਂ ਮਾਮਲਿਆਂ ਨੂੰ ਜਾਣਨ ਦੇ ਮਾਮਲੇ 'ਚ। ਸਰਦਾਰ ਸੁਖਦੇਵ ਸਿੰਘ ਢੀਂਡਸਾ ਅਕਸਰ ਬੀਜੇਪੀ ਨਾਲ ਸੌਫਟ ਕਾਰਨਰ ਰੱਖਦੇ ਰਹੇ ਆ ਦੋਨੇ ਧਿਰ, ਔਰ ਜਿਹੜਾ ਉਹਨਾਂ ਨੂੰ ਇੱਕ ਸਨਮਾਨ ਮਿਲਿਆ, ਸ਼ਾਇਦ ਪਦਮ ਵਿਭੂਸ਼ਣ ਸੀਗਾ, ਉਹ ਵੀ ਉਸ ਸਮੇਂ ਤੇ ਆਇਆ ਸੀ ਜਦੋਂ ਲਗਭਗ ਉਹ ਅਕਾਲੀ ਦਲ ਨੂੰ ਛੱਡਣ ਵਾਲੇ ਸੀਗੇ ਜਾਂ ਛੱਡ ਚੁੱਕੇ ਸੀ। ਸੋ ਢੀਂਡਸਾ ਸਾਹਿਬ ਦੀ ਸਾਰੀ ਰਾਜਨੀਤੀ ਬੀਜੇਪੀ ਦੇ ਨੇੜੇ ਵਾਲੀ ਲੱਗਦੀ ਸੀਗੀ। ਜੇ ਇਹ ਮਾਮਲੇ ਨਾ ਆਉਂਦੇ ਕਿਸਾਨੀ ਵਾਲੇ, ਤਾਂ ਸ਼ਾਇਦ ਉਹ ਕਦੋਂ ਦੇ ਇਕੱਠੇ ਹੋ ਗਏ ਹੁੰਦੇ। ਦੂਜੇ ਬੰਨੇ ਸਾਰੇ ਅਕਾਲੀਆਂ ਦੀ ਬੀਜੇਪੀ ਦੀ ਨੇੜੇ ਤੇੜੇ ਵਾਲੀ ਰਾਜਨੀਤੀ ਹੈ, ਬਿਲਕੁਲ। ਲੇਕਿਨ ਇੱਕ ਚੀਜ਼ ਨਹੀਂ ਸੀ ਕਹਿੰਦੇ, ਇੱਕ ਚੀਜ਼ ਅਕਾਲੀਆਂ ਦੇ ਵੀ, ਚਾਹੇ ਜਿਹੜੇ ਬੀਜੇਪੀ ਨੂੰ ਛੱਡ ਗਏ ਉਹਨਾਂ ਦੀ ਵੀ ਇਹੀ ਹੈ। ਇੱਕ ਚੀਜ਼ ਇਹਦੇ ਵਿੱਚ ਮੈਂ ਜ਼ਰੂਰ ਹੋਰ ਕਹਿਣੀ ਚਾਹੂੰਗਾ, ਜਿਹੜੀ ਤੁਸੀਂ ਲੈ ਲਓ ਨਾਲ, ਇਹਦੇ ਵਿੱਚ ਸਰਦਾਰ ਰਵਿੰਦਰ ਸਿੰਘ ਜਿਹੜੇ ਅਕਾਲੀ ਦਲ 1920 ਵਾਲੇ ਆ, ਜਿਹੜੇ ਕਦੇ ਬਾਦਲ ਪਰਿਵਾਰ, ਪੁਰਾਣੇ ਪਰਿਵਾਰ, ਸਰਦਾਰ ਤੇਜਾ ਸਿੰਘ, ਉਹਨਾਂ ਦੇ ਪਰਿਵਾਰ ਦੀ ਰਿਸ਼ਤੇਦਾਰੀ 'ਚ ਆ ਬਾਦਲ ਦੇ ਨਾਲ। ਉਹ ਜਸਟਿਸ ਗੁਰਨਾਮ ਸਿੰਘ ਵਾਲੀ ਸਰਕਾਰ ਤੋਂ ਬਾਅਦ ਬਾਦਲ ਨੂੰ ਬਣਾਉਣ ਵਾਲਿਆਂ 'ਚੋਂ ਸੀਗੇ। ਉਹਨਾਂ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਪ੍ਰੇਮ ਕਿਸੇ ਤੋਂ ਛੁਪਿਆ ਨਹੀਂ। ਔਰ ਉਹ ਸਰਦਾਰ ਰਵਿੰਦਰ ਸਿੰਘ, ਬਾਕੀ ਜਿਹੜੇ ਸਪਲਿਟ ਹੋਏ ਧੜੇ ਨੇ, ਸੰਯੁਕਤ ਹੈ ਜਾਂ ਬ੍ਰਹਮਪੁਰਾ ਸਾਹਿਬ ਹੈ ਜਾਂ ਬਾਕੀ ਸਾਰੇ ਆ, ਉਹਨਾਂ ਦੇ ਵਿੱਚ ਪੁਲ ਦਾ ਕੰਮ ਕਰਦੇ ਰਹੇ। ਸੋ ਐਤਕੀ ਵੀ ਕੈਪਟਨ ਔਰ ਢੀਂਡਸਾ 'ਚ ਪੁਲ ਦਾ ਕੰਮ ਸਰਦਾਰ ਰਵਿੰਦਰ ਸਿੰਘ ਕਰ ਸਕਦੇ ਆ, ਤੇ ਪਲੱਸ ਕੈਪਟਨ ਪਲੱਸ ਬੀਜੇਪੀ, ਇਹ ਸਾਰੀਆਂ ਚੀਜ਼ਾਂ ਅੱਗੇ ਵੱਧ ਸਕਦੀਆਂ। ਮੈਂ ਟੌੜਾ ਸਾਹਿਬ ਦੇ ਪੁਰਾਣੇ ਲਾਇਲ ਜਿਹੜੇ ਆ ਸੁਖਦੇਵ ਸਿੰਘ ਭੌਰ ਨੇ, ਜਾਂ ਪੰਜੋਲੀ ਸਾਹਿਬ ਅੱਜਕੱਲ ਭਾਵੇਂ ਅਕਾਲੀ ਦਲ 'ਚ ਆ, ਹੋਰ ਵੀ ਕਈ ਵਿਅਕਤੀ ਜਿਹੜੇ ਬਾਹਰ ਬੈਠੇ ਆ, ਜੇ ਉਹਨਾਂ ਨੂੰ ਲੱਗਿਆ ਕਿ ਰਾਜਨੀਤੀ ਲੀਏ ਚੜ੍ਹਦੀ ਹੈ, ਤਾਂ ਮੇਰੇ ਖਿਆਲ ਇਹ ਕਾਫੀ ਤਗੜਾ ਧੜਾ ਬਣ ਸਕਦਾ। ਕੀ ਕਹਿੰਦੇ ਹੋ? ਬਿਲਕੁਲ, ਤੁਹਾਡੀ ਗੱਲ ਠੀਕ ਹੈ ਕਿ ਇਹਨਾਂ ਲੋਕਾਂ ਦੀ ਕਾਫੀ ਸਾਂਝ ਹੈ। ਜਿਹੜਾ ਤੁਸੀਂ ਰਵਿੰਦਰ ਸਿੰਘ ਉਹਨਾਂ ਦੀ ਗੱਲ ਕੀਤੀ ਹੈ, ਬਹੁਤ ਪ੍ਰੋਮੀਨੈਂਟ ਫੈਮਿਲੀ ਨੂੰ ਉਹ ਬਿਲੋਂਗ ਕਰਦੇ ਹੈਗੇ। ਤੁਸੀਂ ਬਲਦੇਵ ਸਿੰਘ ਉਹਨਾਂ ਦਾ ਨਾਮ ਸੁਣਿਆ ਹੋਣਾ ਜੀ, ਰੱਖਿਆ ਮੰਤਰੀ ਹੁੰਦੇ ਸੀ ਇੰਡੀਆ ਦੇ, ਉਹਨਾਂ ਦੇ ਭਤੀਜੇ ਹੈਗੇ। ਔਰ ਉਹਨਾਂ ਦਾ ਜਿਹੜਾ ਰਵਿੰਦਰ ਸਿੰਘ ਜਿਹੜੇ ਹੈਗੇ, ਉਹਨਾਂ ਦਾ ਕਾਫੀ ਕਲਾਊਟ ਹੈ ਅਕਾਲੀ ਦਲ ਦੇ ਵਿੱਚ। ਇਹ ਤੁਸੀਂ ਬਿਲਕੁਲ ਠੀਕ ਕਿਹਾ। ਮੈਂ ਉਹਨਾਂ ਦੀ ਇੱਕ ਇੰਟਰਵਿਊ ਸੁਣੀ ਹੈ ਕਿ ਜਦ ਬਾਦਲ ਸਾਹਿਬ ਪਹਿਲੀ ਵਾਰੀ ਚੀਫ ਮਿਨਿਸਟਰ ਬਣੇ ਤਾਂ ਉਹਦੇ ਵਿੱਚ ਰਵਿੰਦਰ ਸਿੰਘ ਉਹਨਾਂ ਦਾ ਬਹੁਤ ਰੋਲ ਸੀ। ਔਰ ਇਹ ਵੀ ਉਹ ਓਪਨਲੀ ਕਹਿੰਦੇ ਨੇ, ਇਸ ਗੱਲ ਨੂੰ ਡਿਨਾਈ ਨਹੀਂ ਕਰਦੇ
ਕਿ ਮੇਰੇ ਅਮਰਿੰਦਰ ਸਿੰਘ ਹੋਣਾ ਨਾਲ ਬਹੁਤ ਅੱਛੇ ਪਰਸਨਲ ਰਿਲੇਸ਼ਨ ਹੈਗੇ, ਔਰ ਅੱਜ ਕੱਲ ਬ੍ਰਹਮਪੁਰਾ ਸਾਹਿਬ ਨਾਲ, ਢੀਂਡਸਾ ਸਾਹਿਬ ਨਾਲ, ਸੰਯੁਕਤ ਅਕਾਲੀ ਦਲ ਦੇ ਵੀ ਉਹ ਨੇੜੇ ਹੈਗੇ। ਉਹ ਇੱਕ ਤਰ੍ਹਾਂ ਦਾ ਪੁੱਲ ਦਾ ਕੰਮ ਕਰ ਸਕਦੇ ਨੇ, ਕਿਉਂਕਿ ਇਹਨਾਂ ਸਾਰਿਆਂ ਦਾ ਜਿਹੜਾ ਵਿਰੋਧ ਹੈ, ਇਹਦੇ ਵਿੱਚ ਬਸ ਪ੍ਰੋਬਲਮ ਇਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਵਿਰੋਧ ਹੈ ਉਹ ਕੱਲਾ ਕਾਂਗਰਸ ਪਾਰਟੀ ਦੇ ਨਾਲ ਹੈ। ਔਰ ਜਿਹੜੇ ਰਵਿੰਦਰ ਸਿੰਘ ਹੋਣੀ ਹੈ, ਸੁਖਦੇਵ ਸਿੰਘ ਢੀਂਡਸਾ ਹੈਗੇ, ਹੋਰ ਜਿਨ੍ਹਾਂ ਨੂੰ ਆਪਾਂ ਨਾਰਾਜ਼ ਅਕਾਲੀ ਦਲ ਕਹਿੰਦੇ ਆ ਜਾਂ ਪੈਰਲ ਅਕਾਲੀ ਦਲਾਂ ਦੀ ਗੱਲ ਕਰੀਏ, ਉਹਨਾਂ ਦੀ ਨਾਰਾਜ਼ਗੀ ਬਾਦਲ ਨਾਲ ਹੈ। ਲੇਕਿਨ ਨਾਰਾਜ਼ਗੀ ਬਾਦਲ ਨਾਲ ਕੋਈ ਨਹੀਂ ਹੈ। ਲੇਕਿਨ ਕਾਂਗਰਸ ਦੇ ਪੰਜਾਬ ਦੇ ਲੀਡਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਲਈ ਤਾਂ ਸਾਰਾ ਜ਼ੋਰ ਲਾਇਆ, ਕਹਿੰਦੇ ਬਾਦਲ ਔਰ ਕੈਪਟਨ ਮਿਲੇ ਹੋਏ ਆ। ਹੁਣ ਕੈਪਟਨ ਤੇ ਬਾਦਲ ਚ ਮਿਲੇ ਹੋਏ ਆ, ਤੇ ਬਾਦਲ ਦੇ ਵਿਰੋਧੀ ਔਰ ਕੈਪਟਨ ਇਕੱਠੇ ਕਿੱਦਾਂ ਹੋਣਗੇ, ਇਹ ਵੀ ਵੱਡਾ ਸਵਾਲ ਆ। ਔਰ ਬੀਜੇਪੀ ਕੀ ਕੈਪਟਨ ਨੂੰ ਜੇ ਸਪੋਰਟ ਕਰਦੀ ਹੈ, ਤੁਹਾਡਾ ਮਤਲਬ ਕਿ ਕੋਈ ਜਿਹੜੀ ਨੈਸ਼ਨਲ ਪੱਧਰ ਤੇ ਰੂਲਿੰਗ ਪਾਰਟੀ ਆ, ਉਹਦਾ ਹੁਣ ਤੱਕ ਕਿਸੇ ਸਪਲਿਟ ਤੁਹਾਡੇ ਨਾਲ ਸਮਝੌਤਾ ਨਹੀਂ ਸੀ ਹੋਇਆ, ਇਸ ਕਰਕੇ ਵੱਖਰੇ ਨਜ਼ਰੀਏ ਤੋਂ ਵੱਖਰੇ ਜਾਵੀਏ ਚ ਪਾ ਕੇ ਦੇਖਿਆ ਜਾ ਸਕਦਾ? ਮੇਰਾ ਖਿਆਲ ਹੈ ਇੱਕ ਕਾਂਗਰਸ ਤੇ ਆਪ ਨੂੰ ਛੱਡ ਦਈਏ, ਬਾਕੀ ਜਿੰਨੇ ਵੀ ਅਕਾਲੀ ਦਲ ਦੇ ਧੜੇ ਹੈਗੇ, ਕਿਸੇ ਦਾ ਬੀਜੇਪੀ ਨਾਲ ਉਸ ਤਰ੍ਹਾਂ ਦਾ ਵਿਰੋਧ ਨਹੀਂ ਹੈ। ਸਿਰਫ ਇਹ ਜਿਹੜੀ ਫਾਰਮਰਸ ਐਜੀਟੇਸ਼ਨ ਹੈ, ਇਹਨੂੰ ਲੈ ਕੇ ਇੱਕ ਬਣਿਆ ਹੋਇਆ ਬਲੌਕੇਡ, ਅਦਰਵਾਈਜ਼ ਕਿਸੇ ਦੀ ਵੀ ਕੋਈ ਨਹੀਂ ਹੈ ਜੀ। ਪਰ ਜਦ ਅਮਰਿੰਦਰ ਸਿੰਘ ਅਤੇ ਢੀਂਡਸਾ ਸਾਹਿਬ ਦਾ ਅਕਾਲੀ ਦਲ, ਜਿਹੜਾ ਸੰਯੁਕਤ ਅਕਾਲੀ ਦਲ ਹੈ, ਇਹ ਅਗਰ ਇਕੱਠੇ ਹੁੰਦੇ ਨੇ, ਅੱਗੇ ਪੋਸਟ ਇਲੈਕਟੋਰਲ ਅਲਾਈਅੰਸਿਸ ਦੀ ਗੱਲ ਆਉਂਦੀ ਹੈ, ਤਾਂ ਅਮਰਿੰਦਰ ਸਿੰਘ ਨੂੰ ਤਾਂ ਕੋਈ ਪ੍ਰੋਬਲਮ ਨਹੀਂ, ਈਵਨ ਸੁਖਵੀਰ ਨੂੰ ਵੀ ਸਪੋਰਟ ਕਰ ਸਕਦਾ ਜੀ। ਪਰ ਜਿਹੜੇ ਸੰਯੁਕਤ ਅਕਾਲੀ ਦਲ ਵਾਲੇ ਹੈਗੇ, ਉਹ ਇਸ ਇੱਕ ਪੇਜ ਤੇ ਨਹੀਂ ਹੈਗੇ। ਸੰਯੁਕਤ ਅਕਾਲੀ ਦਲ ਵਾਲਿਆਂ ਦੀ ਕੰਟਰਾਡਿਕਸ਼ਨ ਜਿਹੜੀ ਹੈ ਬਾਦਲ ਨਾਲ ਹੈ। ਨਹੀਂ ਸਰ, ਇਹ ਤਾਂ ਪੋਸਟ ਇਲੈਕਸ਼ਨ ਹੈ ਨਾ। ਮੈਂ ਉਸ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਜੇ ਇਹ ਸਾਰੇ ਰਲ ਮਿਲ ਵੀ ਜਾਂਦੇ ਆ ਤੇ ਬੀਜੇਪੀ ਨਾਲ ਵੀ ਸਮਝੌਤਾ ਹੋ ਜਾਂਦਾ, ਤੇ ਫਿਰ ਵੀ ਇਹ ਕਿੰਨੀਆਂ ਕੁ ਸੀਟਾਂ ਤੇ ਅਸਰ ਕਰਦੇ ਆ ਔਰ ਕਿਹਦੀ ਵੋਟ ਕੱਟਦੇ ਆ? ਇਹ ਬੜਾ ਵੱਡਾ ਸਵਾਲ ਹੈ। ਕਾਂਗਰਸ ਦੀ ਵੋਟ ਕੱਟਦੇ ਆ, ਇਹ ਕਿਹਦੀ ਵੋਟ ਕੱਟਦੇ? ਜਿੱਥੇ ਤੱਕ ਅਮਰਿੰਦਰ ਸਿੰਘ ਦੀ ਗੱਲ ਹੈ, ਉਹ ਤਾਂ ਕਾਂਗਰਸ ਦੀ ਵੋਟ ਜ਼ਿਆਦਾ ਕੱਟੇਗਾ, ਕਿਉਂਕਿ ਦੋ ਤਿੰਨ ਪੱਧਰ ਤੇ ਆਪਾਂ ਗੱਲ ਕਰੀਏ। ਇੱਕ ਤਾਂ ਜਦ ਅਮਰਿੰਦਰ ਸਿੰਘ ਅਲੱਗ ਹੋ ਗਿਆ ਹੁਣ ਕਾਂਗਰਸ ਤੋਂ, ਉਹਨਾਂ ਨਾਲ ਕਾਂਗਰਸ ਦਾ ਕਿਹੜਾ ਐਮਐਲਏ, ਕਿਹੜਾ ਲੀਡਰ ਆਉਂਦਾ ਹੈ, ਕੁਛ ਨਾ ਕੁਛ ਬੰਦੇ ਤਾਂ ਬਾਹਰ ਨਿਕਲਣਗੇ ਜੀ, ਜਿਹੜੇ ਬਿਲਕੁਲ ਕਾਂਗਰਸ ਨਾਲ ਜਾਂ ਕਾਂਗਰਸ ਨੇ ਉਹਨਾਂ ਨੂੰ ਡਿਨਾਈ ਕੀਤੀਆਂ ਚੀਜ਼ਾਂ, ਜਿਹੜੇ ਮੰਤਰੀ ਹਟਾਤਾ, ਜਿਨ੍ਹਾਂ ਨੂੰ ਜਾਂ ਅਗਲੇ ਦਿਨਾਂ ਚ ਟਿਕਟਾਂ ਨਾ ਮਿਲੀਆਂ, ਬਿਲਕੁਲ ਘੱਟ, ਉਹਨਾਂ ਦੀ ਗਿਣਤੀ ਘੱਟ ਹੋਵੇ ਜਾਂ ਜ਼ਿਆਦਾ ਹੋਵੇ, ਕਾਂਗਰਸ ਚੋਂ ਵੀ ਕੁਝ ਜਿਹੜਾ ਇੱਕ ਸੈਕਸ਼ਨ ਹੈ ਅਮਰਿੰਦਰ ਸਿੰਘ ਨਾਲ ਆ ਕੇ ਲੱਗੇਗਾ ਜੀ। ਦੂਸਰੀ ਗੱਲ ਕੀ ਹੈ ਕਿ ਕਾਂਗਰਸ ਦਾ ਇੱਕ ਹੋਰ ਸਮਰਥਨ ਆਧਾਰ ਦਾ ਜਿਹੜਾ ਕੰਪੋਨੈਂਟ ਹੈ, ਉਹ ਹਿੰਦੂ ਵੋਟਰ ਕਈ ਇਲੈਕਸ਼ਨਸ ਦੇ ਵਿੱਚ ਜਦ ਵੀ ਕਦੇ ਕਾਂਗਰਸ ਦੀ ਸਰਕਾਰ ਬਣਦੀ ਹੈ, ਤੁਸੀਂ ਦੇਖਿਆ ਹੋਣਾ, ਫੈਸਲਾ ਕੌਣ ਹੁੰਦਾ ਤਾਂ ਹਿੰਦੂ ਵੋਟਰ ਦਾ ਇੱਕ ਲਾਰਜ ਚੰਕ ਕਾਂਗਰਸ ਦੀ ਤਰਫ ਬੀਜੇਪੀ ਤੋਂ ਸ਼ਿਫਟ ਹੁੰਦਾ, ਤਾਂ ਬਣਦੀ ਹੈ। ਹੁਣ ਜਿਵੇਂ ਅਸੀਂ 2002 ਦੀ ਗੱਲ ਕਰ ਲਈਏ, ਕਾਂਗਰਸ ਦੀ ਸਰਕਾਰ ਬਣੀ, ਉਨੀ ਪ੍ਰੋਪੋਰਸ਼ਨੇਟਲੀ ਬੀਜੇਪੀ ਦੀ ਘਟ ਗਈ। ਬਿਲਕੁਲ, ਬੀਜੇਪੀ ਦੀਆਂ 97 ਦੇ ਵਿੱਚ ਸੀ 18 ਸੀਟਾਂ, ਤੇ 2002 ਦੇ ਵਿੱਚ 3 ਹੀ ਰਹਿ ਗਈਆਂ। ਇੰਨਾ ਸਮਰਥਨ ਆਧਾਰ ਬੀਜੇਪੀ ਦਾ ਘਟ ਗਿਆ। ਇਸੇ ਤਰ੍ਹਾਂ 17 ਦੀ ਗੱਲ ਕਰੀਏ, 2012 ਦੇ ਵਿੱਚ 12 ਸੀਟਾਂ ਸੀ ਬੀਜੇਪੀ ਦੀਆਂ, ਤੇ 17 ਦੇ ਵਿੱਚ 3 ਰਹਿ ਗਈਆਂ ਜੀ। ਉਹ ਸਾਰੀ ਹਿੰਦੂ ਵੋਟ ਜਿਹੜੀ ਬੀਜੇਪੀ ਦੀ ਕਾਂਗਰਸ ਦੀ ਤਰਫ ਹੋ ਜਾਂਦੀ ਹੈ ਜੀ। ਲੇਕਿਨ ਅੱਜ ਕੱਲ ਜਿਸ ਤਰ੍ਹਾਂ ਦਾ ਪੋਸਚਰ ਕੈਪਟਨ ਅਮਰਿੰਦਰ ਸਿੰਘ ਦਾ ਹੈ ਜੀ, ਚਾਹੇ ਸੈਂਟਰ ਰੂਲਿੰਗ ਪਾਰਟੀ ਨੂੰ ਖੁਸ਼ ਕਰਨ ਦਾ ਹੋਵੇ, ਚਾਹੇ ਜਿਹੜਾ ਬੀਐਸਐਫ ਨੂੰ ਜਸਟੀਫਾਈ ਕਰਨ ਦਾ ਹੋਵੇ, ਉਹ ਸਾਰੀ ਅਪੀਜ਼ਮੈਂਟ ਦੀ ਪਾਲਿਸੀ ਹੈ ਜੀ। ਅਪੀਜ਼ਮੈਂਟ ਆਫ ਹਿੰਦੂ ਵੋਟਰ, ਅਪੀਜ਼ਮੈਂਟ ਆਫ ਰੂਲਿੰਗ ਪਾਰਟੀ ਐਟ ਦੀ ਸੈਂਟਰ। ਅਰੇ ਇੱਕ ਸੈਕਿੰਡ ਸਰ, ਇਹਦੇ ਵਿੱਚ ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਨੂੰ ਫਿਕਰ ਹੈ। ਕੱਲ ਨਵਜੋਤ ਸਿੰਘ ਸਿੱਧੂ ਦਾ ਹਿੰਦੂ ਮਹਾਸਭਾ ਦਾ ਇੱਕ ਨਵਾਂ ਗਰੁੱਪ ਬਣਿਆ, ਉਹਦੇ ਵਿੱਚ ਭਾਸ਼ਣ ਦੇਣਾ ਔਰ ਆਪਣੇ ਆਪ ਨੂੰ ਹਿੰਦੂ ਵਜੋਂ ਪੇਸ਼ ਕਰਨਾ ਕਿ ਮੇਰੇ ਮਦਰ ਹਿੰਦੂ ਸੀ, ਮੇਰੇ ਫਾਦਰ, ਮੈਂ ਸਿੱਖ ਵੀ ਹਾਂ, ਹਿੰਦੂ ਵੀ ਹਾਂ, ਤੇ ਅੱਜ ਕੇਦਾਰਨਾਥ ਦੇ ਵਿੱਚ ਕੇਦਾਰਨਾਥ ਵੱਲ ਜਾਣਾ ਸਾਰਿਆਂ ਦਾ, ਉੱਥੇ ਜਾ ਕੇ ਆਸ਼ੀਰਵਾਦ ਲੈਣਾ, ਇਹ ਕੈਪਟਨ ਨੂੰ ਹੀ ਇੱਕ ਤਰ੍ਹਾਂ ਨਾਲ ਔਰ ਬੀਜੇਪੀ ਦੀ ਰਾਜਨੀਤੀ ਨੂੰ ਡਿਫੈਂਡ ਕਰਨ ਲਈ, ਸ਼ਾਇਦ ਡਿਫੈਂਡ ਕਰਨ ਸ਼ਬਦ ਮੈਂ ਵਰਤੂੰਗਾ, ਕੀ ਕਹਿੰਦੇ? ਬਿਲਕੁਲ ਉਹਦੇ ਚ ਠੀਕ ਹੈ ਕਿ
ਇੱਕ ਹਿੰਦੂ ਵੋਟਰਸ ਦਾ ਇੱਕ ਲਾਰਜ ਚੰਕ ਜਿਹੜਾ ਕਾਂਗਰਸ ਨੂੰ ਜਾਣ ਦੀ ਪੋਸਿਬਿਲਿਟੀ ਸੀ, ਉਹ ਅਮਰਿੰਦਰ ਸਿੰਘ ਉਹਨਾਂ ਦੀ ਤਰਫ ਸ਼ਿਫਟ ਹੋ ਸਕਦਾ ਹੈ। ਜੀ ਹੁਣ ਜੇ ਆਪਾਂ ਗੱਲ ਕਰੀਏ, ਜਿਵੇਂ ਤੁਸੀਂ ਗੱਲ ਕੀਤੀ ਕਿ ਤਿੰਨ ਜਿਹੜੇ ਹੈਗੇ ਧੜੇ ਉਹ ਇੱਕ ਪਾਸੇ ਹੋ ਸਕਦੇ ਹੈਗੇ। ਅਮਰਿੰਦਰ ਸਿੰਘ ਜਿਹੜਾ ਪਾਰਟੀ ਬਣਾਈ ਹੈ ਪੰਜਾਬ ਲੋਕ ਕਾਂਗਰਸ, ਉਹਦੇ ਵਿੱਚ ਅਮਰਿੰਦਰ ਸਿੰਘ, ਬੀਜੇਪੀ ਨਾਲ ਤਾਂ ਸੀਟ ਐਡਜਸਟਮੈਂਟ ਦੀ ਗੱਲ ਹੋਈ ਰਹੀ ਹੈ, ਤੇ ਸੰਯੁਕਤ ਅਕਾਲੀ ਦਲ ਨਾਲ ਵੀ ਅਮਰਿੰਦਰ ਸਿੰਘ ਕਹਿੰਦਾ ਕਿ ਇਹ ਕਰਨਾ। ਹੁਣ ਇਹਨਾਂ ਦੀ ਸਟਰੈਂਥ ਕਿੰਨੀ ਕੁ ਬਣਦੀ ਹੈ? ਸਟਰੈਂਥ ਦੀ ਮੈਂ ਤੁਹਾਨੂੰ ਗੱਲ ਦੱਸਾਂ ਕਿ ਕਾਫੀ ਬੜਾ ਜਿਹੜਾ ਪਾਵਰਫੁਲ ਗਰੁੱਪ ਬਣ ਸਕਦਾ ਹੈ। ਜੀ ਪਾਵਰਫੁਲ ਗਰੁੱਪ ਇਸ ਤਰ੍ਹਾਂ ਬਣ ਸਕਦਾ ਹੈ ਕਿ ਜੇ ਆਪਾਂ ਬੀਜੇਪੀ ਦੀ ਇੰਡੀਵਿਜੂਅਲ ਵੋਟ ਦੇਖੀਏ, ਜੀ ਜਦੋਂ ਈਵਨ ਕਿਸੇ ਪਾਰਟੀ ਨਾਲ ਮਿਲ ਕੇ ਇਲੈਕਸ਼ਨ ਨਹੀਂ ਲੜਦੇ, ਤਾਂ ਵੀ ਉਹਨਾਂ ਦਾ ਆਪਣਾ ਸਮਰਥਨ ਆਧਾਰ ਤਾਂ ਇੰਟੈਕਟ ਰਹਿੰਦਾ ਹੈ। ਮੈਂ 1967 ਤੋਂ ਤੁਹਾਨੂੰ ਦੱਸਦਾ, 1967 ਦੇ ਵਿੱਚ ਉਹਨਾਂ ਨੇ ਅਕਾਲੀਆਂ ਤੋਂ ਅਲੱਗ ਬਿਲਕੁਲ ਇੰਡੀਪੈਂਡੈਂਟਲੀ ਇਲੈਕਸ਼ਨ ਲੜੀ ਸੀ ਜੀ, ਜਦ ਇਹਨੂੰ ਭਾਰਤੀ ਜਨਸੰਘ ਕਹਿੰਦੇ ਹੁੰਦੇ ਸੀ, ਜਨਸੰਘ। ਔਰ ਜਨਸੰਘ ਦੀਆਂ 104 ਦੇ ਵਿੱਚੋਂ 9 ਸੀਟਾਂ ਸੀ ਇੰਨੀਆਂ। ਅੱਛਾ ਹਾਂਜੀ, 1969 ਦੇ ਵਿੱਚ 8 ਸੀਟਾਂ। ਅੱਛਾ, ਇਸ ਤੋਂ ਬਾਅਦ ਪ੍ਰੈਜ਼ੈਂਟ ਪੋਲਿਟਿਕਸ ਦੇ ਵਿੱਚ ਆ ਜਾਓ, ਆਪਾਂ 80 ਦੇ ਵਿੱਚ ਤਾਂ ਬੀਜੇਪੀ ਨਵੀਂ ਬਣੀ ਸੀ, ਅਪ੍ਰੈਲ ਦੇ ਵਿੱਚ, ਮਈ ਦੇ ਵਿੱਚ ਇਲੈਕਸ਼ਨਾਂ ਹੋ ਗਈਆਂ, ਇਸ ਕਰਕੇ ਕੋਈ ਆਰਗੇਨਾਈਜੇਸ਼ਨ ਅਜੇ ਖੜੀ ਨਹੀਂ ਸੀ ਹੋਈ, ਕੋਈ ਸੀਟ ਜਿੱਤ ਨਹੀਂ ਸਕੇ। ਪਰ 85 ਤੋਂ ਬਾਅਦ ਲਗਾਤਾਰ ਦੇਖ ਲਓ, 85 ਦੇ ਵਿੱਚ 6 ਸੀਟਾਂ, ਹਾਲਾਂਕਿ ਇਕੱਲੇ ਇਲੈਕਸ਼ਨ ਲੜੀ। 92 ਦੇ ਵਿੱਚ 6 ਸੀਟਾਂ, 97 ਦੇ ਵਿੱਚ 18 ਸੀਟਾਂ, 2002 ਦੇ ਵਿੱਚ ਜਦ ਕਾਂਗਰਸ ਦੀ ਸਰਕਾਰ ਬਣੀ 3 ਰਹਿ ਗਈਆਂ, 7 ਦੇ ਵਿੱਚ 19 ਸੀਟਾਂ। ਈਵਨ ਅਕਾਲੀ ਦਲ ਦੀ ਸਰਕਾਰ ਬਣੀ ਬੀਜੇਪੀ ਕਰਕੇ, ਬਿਲਕੁਲ 49 ਅਕਾਲੀ ਦਲ ਦੀਆਂ ਸੀ, ਚਾਹੀਦੀਆਂ ਸੀ 59, ਤੇ 19 ਆ ਗਈਆਂ ਬੀਜੇਪੀ ਦੀਆਂ। ਤਾਂ ਬੀਜੇਪੀ ਦਾ ਆਪਣਾ ਇੱਕ ਸਮਰਥਨ ਆਧਾਰ ਹੈ। ਜਿੰਨੀ ਮਰਜ਼ੀ ਮਾੜੀ ਸਿਚੁਏਸ਼ਨ ਹੋ ਜਾਵੇ, ਜਿੰਨਾ ਮਰਜ਼ੀ ਜਿਹੜਾ ਕਿਸਾਨਾਂ ਦੀ ਤਰਫੋਂ ਬਾਈਕਾਟ ਹੋ ਜਾਵੇ, ਉਹ ਡਿਫਰੈਂਟ ਚੀਜ਼ਾਂ ਹੈਗੀਆਂ, ਪਰ ਉਹਨਾਂ ਦਾ ਜੋ ਆਪਣਾ ਸਮਰਥਨ ਆਧਾਰ ਹੈ, ਚਾਹੇ ਉਹ ਪਰਫਾਰਮੈਂਸ ਸ਼ੋ ਕਰਨ, ਚਾਹੇ ਕੁਝ ਨਾ ਕਰਨ, ਉਹਨਾਂ ਦਾ ਸਮਰਥਨ ਆਧਾਰ ਇੰਟੈਕਟ ਰਹਿੰਦਾ ਹੈ। ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸਮਾਂ ਰਹਿੰਦਿਆਂ ਇਹ ਗੱਲ ਮਹਿਸੂਸ ਕਰ ਲਈ ਸੀ ਸ਼ਾਇਦ ਕਿ ਇਹ ਵੋਟ ਕੰਸੋਲੀਡੇਟ ਹੋ ਜਾਂਦੀ ਹੈ, ਹਿੰਦੂ ਵੋਟ ਕੰਸੋਲੀਡੇਟ ਹੋ ਜਾਂਦੀ ਬੀਜੇਪੀ ਦੇ ਹੱਕ 'ਚ, ਔਰ ਜਿਹੜੇ ਅਕਾਲੀ ਦਲ ਦੇ ਕੈਂਡੀਡੇਟਸ ਆ ਉਹਨਾਂ ਨੂੰ ਬੈਨੀਫਿਟ ਮਿਲੂਗਾ ਔਰ ਸਰਕਾਰ ਬਣਾਉਣੀ ਆਸਾਨ ਰਹੂਗੀ। ਇਸੇ ਕਰਕੇ ਸ਼ਾਇਦ ਉਹ ਸਾਲਾਂ ਤੱਕ ਇਹਦੇ ਨਾਲ ਚੱਲੇ। ਜੀ ਮੈਨੂੰ ਲੱਗਦਾ ਹੈ ਕਿ ਹਿੰਦੂ ਵੋਟ ਬਾਕੀਆਂ ਦੀ ਨਿਸਬਤ, ਬੀਜੇਪੀ ਵਾਲੀ ਹਿੰਦੂ ਵੋਟ ਵੀ ਮਹਾਰਾਜੇ ਨੂੰ ਬੜੀ ਆਰਾਮ ਨਾਲ ਸ਼ਿਫਟ ਹੋ ਸਕਦੀ ਹੈ। ਜੀ ਜੇ ਸਾਰੇ ਲੀਡਰਾਂ ਦੀ ਗੱਲ ਕਰੀਏ ਨਾ, ਜਿੰਨੇ ਪਿਕਚਰ ਦੇ ਵਿੱਚ ਹੈਗੇ, ਤੇ ਇੱਕ ਅਮਰਿੰਦਰ ਸਿੰਘ ਵਾਲਾ ਧੜਾ ਹੁੰਦਾ ਹੈ ਜੀ। ਇਸ ਟਾਈਮ ਜੋ ਅਮਰਿੰਦਰ ਸਿੰਘ ਦਾ ਪੋਸਚਰ ਹੈ, ਪਾਸਟ ਉਹਦਾ ਜੋ ਮਰਜ਼ੀ ਰਿਹਾ ਹੋਵੇ, ਚਾਹੇ ਅੰਮ੍ਰਿਤਸਰ ਡਿਕਲੇਰੇਸ਼ਨ ਤੇ ਸਾਈਨ ਕੀਤੇ ਹੋਣ, ਚਾਹੇ ਜੋ ਮਰਜ਼ੀ ਕੀਤਾ ਹੋਵੇ, ਪਰ ਜੋ ਪ੍ਰੈਜ਼ੈਂਟ ਪੋਸਚਰ ਹੈ ਅਮਰਿੰਦਰ ਸਿੰਘ ਦਾ, ਉਹਦੀ ਵਜ੍ਹਾ ਕਰਕੇ ਬੀਜੇਪੀ ਦੀ ਜੋ ਹਿੰਦੂ ਵੋਟ ਹੈ ਜਾਂ ਆਮ ਹਿੰਦੂ ਵੋਟ ਵੀ ਹੈ, ਉਹ ਬਾਕੀਆਂ ਦੀ ਨਿਸਬਤ ਅਮਰਿੰਦਰ ਸਿੰਘ ਨੂੰ ਜਾ ਸ਼ਿਫਟ ਹੋ ਸਕਦੀ ਹੈ। ਲੀਡਰਸ਼ਿਪ ਦੇ ਮਾਮਲੇ 'ਚ ਠੀਕ ਹੈ, ਬਿਲਕੁਲ ਠੀਕ ਹੈ। ਬੀਜੇਪੀ ਦਾ ਆਪਣਾ ਇੱਕ ਸਮਰਥਨ ਆਧਾਰ ਹੈ, ਪਲੱਸ ਅਮਰਿੰਦਰ ਸਿੰਘ ਜੇ ਇਕੱਠਾ ਹੋ ਜਾਂਦਾ ਹੈ, ਉਹਦਾ ਆਪਣਾ ਇੱਕ ਕਾਂਗਰਸ ਦੇ ਵਿੱਚੋਂ ਖਿੱਚ ਕੇ ਲਿਆਏਗਾ। ਤੇ ਇਸ ਤੋਂ ਇਲਾਵਾ ਸੰਯੁਕਤ ਅਕਾਲੀ ਦਲ ਦਾ ਆਪਣਾ ਇੱਕ ਸਮਰਥਨ ਆਧਾਰ ਹੈ। ਚਾਹੇ ਆਪਾਂ ਜਿੰਨਾ ਮਰਜ਼ੀ ਕਹੀਏ ਕਿ ਮੇਨ ਸਟ੍ਰੀਮ ਅਕਾਲੀ ਦਲ ਤੋਂ ਟੁੱਟ ਕੇ ਲੋਕ ਕਾਮਯਾਬ ਨਹੀਂ ਹੁੰਦੇ, ਹਜੇ ਤੱਕ ਇਹ ਹਿਸਟਰੀ ਰਹੀ ਹੈ। ਚਾਹੇ ਟੌੜੇ ਦੀ ਗੱਲ ਕਰ ਲਈਏ, ਚਾਹੇ ਲਛਮਣ ਸਿੰਘ ਗਿੱਲ ਦੀ ਕਰ ਲਈਏ, ਚਾਹੇ ਗੁਰਨਾਮ ਸਿੰਘ ਦੀ ਗੱਲ ਕਰ ਲਈਏ, ਗੁਰਨਾਮ ਸਿੰਘ ਨੇ ਵੀ ਆਪਣਾ ਅਕਾਲੀ ਦਲ ਬਣਾਇਆ ਸੀ, ਪਰ ਸੰਯੁਕਤ ਅਕਾਲੀ ਦਲ ਵਾਲਿਆਂ ਦਾ ਇੱਕ ਆਪਣਾ ਸਮਰਥਨ ਆਧਾਰ ਹੈ। ਮੈਨੂੰ ਪਤਾ ਹੈ ਕਿ ਕਮ ਸੇ ਕਮ 7-8 ਸੀਟਾਂ ਤੇ ਤਾਂ ਉਹਨਾਂ ਦਾ ਇਨਫਲੂਐਂਸ ਹੈ। ਮੈਂ ਤੁਹਾਡੇ ਸੰਗਰੂਰ ਏਰੀਆ ਦੇ ਵਿੱਚ ਤਾਂ ਬਹੁਤ ਹੀ, ਜੇ 5-6 ਸੀਟਾਂ ਦੇ ਉੱਤੇ ਤੇ ਸਿੱਧਾ ਅਸਰ ਇਹੀ ਪਰਿਵਾਰ ਪਾ ਰਿਹਾ, ਢੀਂਡਸਾ ਪਰਿਵਾਰ। ਬਿਲਕੁਲ ਈਵਨ ਲੁਧਿਆਣਾ ਦੇ ਵਿੱਚ ਵੀ, ਪਟਿਆਲਾ ਦੇ ਵਿੱਚ ਵੀ ਕਈ ਜਗ੍ਹਾ ਹੈਗੀਆਂ। ਇਸ ਤੋਂ ਇਲਾਵਾ ਇੱਕ ਹੋਰ ਕੰਪੋਨੈਂਟ ਵੀ ਐਡ ਹੋ ਸਕਦਾ ਹੈ, ਬੈਂਸ ਬ੍ਰਦਰਸ ਜੀ, ਲੋਕ ਇਨਸਾਫ ਪਾਰਟੀ। ਜੇ ਅਮਰਿੰਦਰ ਸਿੰਘ ਦੀ ਪਾਰਟੀ, ਬੀਜੇਪੀ, ਸੰਯੁਕਤ ਅਕਾਲੀ ਦਲ ਤੇ ਲੋਕ ਇਨਸਾਫ ਪਾਰਟੀ ਇਹ ਇਕੱਠੇ ਹੁੰਦੇ ਤੇ ਕਾਫੀ ਬੜਾ ਗਰੁੱਪ ਬਣ ਜਾਂਦਾ ਹੈ। ਔਰ ਹੋਏਗਾ ਇਹ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਸੀ ਪਹਿਲੇ ਪ੍ਰੋਗਰਾਮ 'ਚ ਵੀ, ਕਿ ਜਿਸ ਤਰ੍ਹਾਂ ਦਾ ਫਰੈਗਮੈਂਟੇਸ਼ਨ ਹੋਈ ਹੈ, ਜਿਸ ਤਰ੍ਹਾਂ ਚਕੋਨਾ ਮੁਕਾਬਲਾ ਹੋਣ ਦੀ ਪੋਸਿਬਿਲਿਟੀ ਹੈ, ਔਰ ਜਿਸ ਤਰ੍ਹਾਂ ਕਿਸੇ ਪਾਰਟੀ ਦੀ ਹਜੇ ਤੱਕ ਹਵਾ ਨਹੀਂ,
ਕਿ ਕਿਸੇ ਵੀ ਪਾਰਟੀ ਨੂੰ ਮੈਜੋਰਟੀ ਨਹੀਂ ਮਿਲਣੀ ਪ੍ਰੀ ਇਲੈਕਸ਼ਨਾਂ ਦੇ ਵਿੱਚ। ਉਹਦੇ ਵਿੱਚ ਇਹ ਜਿਹੜਾ ਗਰੁੱਪ ਹੈ ਬਹੁਤ ਇੰਪੋਰਟੈਂਟ ਰੋਲ ਅਦਾ ਕਰ ਸਕਦਾ ਹੈ ਬਿਲਕੁਲ ਸਰਕਾਰ ਬਿਲकुल ਸਰ, ਬਣਾਉਣ ਦੇ ਬਿਲकुल ਵਿੱਚ ਜਾਂ ਨਾ ਬਣਾਉਣ ਦੇ ਵਿੱਚ। ਜੀ, ਬਿਲकुल ਠੀਕ ਹੈ, ਇਹਦਾ ਬਿਲकुल ਬਹੁਤ ਠੀਕ। ਇੰਪੋਰਟੈਂਟ ਰੋਲ ਹੋਏਗਾ। ਤੇ ਸਿੱਧੂ ਨੂੰ ਤਾਂ ਸਿੱਧਾ ਹੀ ਟਾਰਗੇਟ ਕੀਤਾ ਹੋਇਆ। ਵੈਸੇ ਵੀ ਕਾਂਗਰਸ ਕੋਲੇ ਆਪਸ਼ਨਸ ਬਹੁਤ ਘੱਟ ਹੈਗੀਆਂ। ਕਾਂਗਰਸ ਕੋਲੇ ਆਪਸ਼ਨ ਸਿਰਫ ਹੈ ਆਮ ਆਦਮੀ ਪਾਰਟੀ ਦੀ ਜੀ। ਹੋਰ ਉਸ ਤੋਂ ਇਲਾਵਾ ਨਾ ਅਮਰਿੰਦਰ ਸਿੰਘ ਵਾਲਾ ਧੜਾ, ਨਾ ਜਿਹੜਾ ਹੈਗਾ ਕੋਈ ਹੋਰ ਧੜਾ ਸਿੱਧਾ ਕਾਂਗਰਸ ਨਾਲ ਲੱਗਣ ਨੂੰ ਤਿਆਰ ਨਹੀਂ ਹੈ। ਪੋਸਟ ਇਲੈਕਟੋਰਲ ਸਿਚੁਏਸ਼ਨ ਦੇ ਵਿੱਚ ਕਾਂਗਰਸ ਕੋਲੇ ਬਹੁਤ ਲਿਮਿਟਿਡ ਆਪਸ਼ਨਸ ਹੈਗੀਆਂ, ਪਰ ਬਾਕੀ ਸਾਰਿਆਂ ਕੋਲੇ ਇਕੱਠੇ ਹੋਣ ਦੀਆਂ ਬਹੁਤ ਜ਼ਿਆਦਾ ਆਪਸ਼ਨਸ ਹੈਗੀਆਂ। ਹਾਂ ਬਿਲਕੁਲ, ਤੁਸੀਂ ਬੜਾ ਸਟੀਕ ਵਿਸ਼ਲੇਸ਼ਣ ਪ੍ਰੋਫੈਸਰ ਸਾਹਿਬ ਕੀਤਾ। ਇਹਨੂੰ ਆਪਾਂ ਅੱਗੇ ਵਧਾਵਾਂਗੇ, ਬਹੁਤ ਛੋਟੀਆਂ-ਛੋਟੀਆਂ ਹੋਰ ਘਟਨਾਵਾਂ ਜਿਨ੍ਹਾਂ ਨੂੰ ਜੋੜਿਆ ਜਾ ਸਕਦਾ। ਹਾਂ, ਇੱਕ ਜਿਹੜਾ ਜਾਂਦੇ ਜਾਂਦੇ ਮੈਂ ਤੁਹਾਡੇ ਤੋਂ, ਕਿਉਂਕਿ ਤੁਹਾਡਾ ਤਜਰਬਾ ਬੜਾ ਵਸੀਹ ਹੈ, ਅਨੁਭਵ ਹੈ, ਮੈਂ ਉਹ ਜਾਣਨਾ ਚਾਹੂੰਗਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਆਪਣੇ ਵਜ਼ੀਰਾਂ ਤੇ ਆਪਣੇ ਐਮਐਲਏਸ ਦੇ ਉੱਤੇ ਨਿਸ਼ਾਨਾ ਸਾਧਦੇ ਆ ਮਾਫੀਆਸ ਦੇ ਮਾਮਲੇ 'ਚ, ਮਾਈਨਿੰਗ ਦੇ ਮਾਮਲੇ 'ਚ, ਬਾਕੀ ਚੀਜ਼ਾਂ ਨੂੰ ਲੈ ਕੇ, ਤਾਂ ਇੱਕ ਸਵਾਲ ਉਹਨਾਂ ਤੇ ਵੀ ਖੜਾ ਹੁੰਦਾ ਹੈ ਕਿ ਜੇ ਤੁਹਾਡੇ ਰਾਜ ਵਿੱਚ ਇਹ ਸਭ ਚੱਲ ਰਿਹਾ ਸੀ ਤੇ ਸਮਾਂ ਰਹਿੰਦਿਆਂ ਤੁਸੀਂ ਇਹਨੂੰ ਨੱਥ ਕਿਉਂ ਨਾ ਪਾਈ? ਤੁਸੀਂ ਆਪਣੀ ਹਾਈ ਕਮਾਂਡ ਨੂੰ ਇਨ ਟਾਈਮ ਦੱਸਿਆ ਕਿਉਂ ਨਾ ਕਿ ਆਹ ਬੰਦੇ ਗਲਤ ਕਰ ਰਹੇ ਆ? ਜਾਂ ਫਿਰ ਤੁਸੀਂ ਚੁੱਪਚਾਪ ਕਿਉਂ ਵੇਖਦੇ ਰਹੇ? ਕੀ ਤੁਹਾਨੂੰ ਵੀ ਉਹਦੇ 'ਚ ਕੋਈ ਬੈਨੀਫਿਟ ਹੋ ਰਿਹਾ ਸੀ? ਕੀ ਤੁਸੀਂ ਸਿੱਧਾ ਕੱਲ ਨੂੰ ਨਾਂ ਲੈ ਕੇ ਜਾਂ ਦਸਤਾਵੇਜ਼ ਦੇ ਕੇ ਦੱਸੋਗੇ ਕਿ ਕੌਣ ਸ਼ਾਮਲ ਸੀ? ਇਹ ਬੜਾ ਵੱਡਾ ਸਵਾਲ ਆ। ਇਹ ਉਹਨਾਂ ਦੀ ਆਪਣੀ ਕ੍ਰੈਡੀਬਿਲਿਟੀ ਨੂੰ ਵੀ ਪ੍ਰਭਾਸ਼ਿਤ ਕਰੇਗਾ ਕਿ ਉਹ ਆਖਰ ਕਿਹੜੇ ਕਾਰਨ ਸੀ ਜਿਨ੍ਹਾਂ ਕਾਰਨ ਪਰਫਾਰਮ ਨਹੀਂ ਕਰ ਸਕੇ, ਆਖਰ ਕਿਹੜੇ ਕਾਰਨ ਸੀ ਜਿਨ੍ਹਾਂ ਕਰਕੇ ਉਹ ਆਪਣੇ ਐਡਵੋਕੇਟ ਜਨਰਲ ਬਾਰ-ਬਾਰ ਅਦਾਲਤਾਂ ਦੇ ਵਿੱਚੋਂ ਅਸਫਲ ਹੋ ਕੇ ਜਦੋਂ ਆਉਂਦੇ ਸੀ, ਕਿਉਂ ਨਹੀਂ ਸੀ ਉਹਨਾਂ ਨੂੰ ਬਦਲਦੇ? ਆਖਰ ਡੀਜੀਪੀ ਔਰ ਚੀਫ ਸੈਕਟਰੀ ਇੱਕੋ ਹੀ ਪਰਿਵਾਰ ਦੇ ਵਿੱਚੋਂ ਲਾ ਕੇ ਲਗਭਗ ਸਾਰੀ ਮਸ਼ੀਨਰੀ, ਸਰਕਾਰੀ ਪ੍ਰਸ਼ਾਸਨ ਜਿਹੜਾ ਉਹ ਇੱਕ ਹੀ ਘਰ 'ਚ ਕਿਉਂ ਦੇ ਦਿੱਤਾ ਗਿਆ? ਇਹ ਬਹੁਤ ਸਾਰੇ ਐਸੇ ਸਵਾਲ ਆ ਜਿਨ੍ਹਾਂ ਦੇ ਉੱਤੇ ਮੈਨੂੰ ਲੱਗਦਾ ਕਿ ਇਹ ਸਵਾਲ ਜਵਾਬ ਅਜੇ ਹੋਣੇ ਬਾਕੀ ਆ। ਇੱਥੇ ਇੱਕ ਟਿੱਪਣੀ ਬਿਲਕੁਲ ਠੀਕ ਹੈ ਕਿ ਅਮਰਿੰਦਰ ਸਿੰਘ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਅਗਰ ਉਹ ਕਹਿੰਦੇ ਨੇ ਕਿ ਡਰੋਨ ਗਿਰ ਰਹੇ ਹੈਗੇ, ਇੱਧਰ ਆ ਰਹੇ ਹਨ ਤੇ BSF ਦੀ ਜ਼ਰੂਰਤ ਹੈ, ਇਹ ਗੱਲ ਸੀ, ਤੇ ਜਦ ਖੁਦ ਚੀਫ ਮਿਨਿਸਟਰ ਸੀ ਜਦ ਕਿਉਂ ਨਹੀਂ BSF ਡਿਮਾਂਡ ਕਰ ਲਈ? ਜੇ ਮਾਫੀਆ ਚੱਲ ਰਿਹਾ ਤਾਂ ਉਹਨਾਂ ਨੇ ਐਕਸ਼ਨ ਕਿਉਂ ਨਹੀਂ ਲਿੱਤਾ? ਅਗਰ ਐਕਸ਼ਨ ਨਹੀਂ ਲਿੱਤਾ ਤਾਂ ਇਹਦਾ ਮਤਲਬ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਚੱਲ ਰਿਹਾ ਸੀ। ਇਹ ਸਾਰੀਆਂ ਗੱਲਾਂ ਤੋਂ ਅਮਰਿੰਦਰ ਸਿੰਘ ਬਰੀ ਨਹੀਂ ਹੋ ਸਕਦੇ ਜੋ ਕਾਂਗਰਸ ਦੇ ਵਿੱਚ 4.5 ਸਾਲ ਹੁੰਦੀਆਂ ਰਹੀਆਂ ਹੈਗੀਆਂ। ਇਹ ਨਹੀਂ ਕਹਿ ਸਕਦੇ ਕਿ ਇੰਡੀਵਿਜੂਅਲ ਮੈਂਬਰ ਕਰ ਰਿਹਾ ਸੀ। ਸਰਕਾਰ ਦੀ ਕਲੈਕਟਿਵ ਰਿਸਪੌਂਸਿਬਿਲਿਟੀ ਹੁੰਦੀ ਹੈ ਐਂਡ ਚੀਫ ਮਿਨਿਸਟਰ ਇਜ਼ ਹੈਡ ਆਫ ਦੀ ਗਵਰਨਮੈਂਟ। ਅਲਟੀਮੇਟ ਜ਼ਿੰਮੇਵਾਰੀ ਤਾਂ ਚੀਫ ਮਿਨਿਸਟਰ ਦੀ ਹੈ ਕਿ ਅਗਰ ਸਰਕਾਰ ਦੇ ਵਿੱਚ ਇੰਨਾ ਕੁਝ ਗਲਤ ਹੋ ਰਿਹਾ ਸੀ ਤਾਂ ਉਹਨਾਂ ਨੇ ਐਕਸ਼ਨ ਕਿਉਂ ਨਹੀਂ ਲਿੱਤਾ? ਬਿਲਕੁਲ ਠੀਕ ਹੈ, ਬਿਲਕੁਲ ਠੀਕ ਚਾਹੀਦਾ ਸੀ। ਹੁਣ ਚੀਫ ਮਿਨਿਸਟਰੀ ਤੋਂ ਹਟ ਕੇ ਇਹ ਗੱਲਾਂ ਕਰਨੀਆਂ ਕਿ ਮੇਰੇ ਮੰਤਰੀ ਆਹ ਕਰ ਰਹੇ ਸੀ, ਮੇਰੇ ਮੰਤਰੀ ਆਹ ਗਲਤ ਕੰਮ ਕਰ ਰਹੇ ਸੀ, ਇਹਨਾਂ ਗੱਲਾਂ ਦਾ ਕੋਈ ਮਾਇਨਾ ਨਹੀਂ, ਕੋਈ ਵਿਸ਼ਵਾਸ ਨਹੀਂ ਕਰਨ ਲੱਗਿਆ। ਪਰ ਜਿਹੜੇ ਰਾਜਨੀਤਿਕ ਸਮੀਕਰਨ ਹੁੰਦੇ ਹੈਗੇ, ਕਈ ਵਾਰੀ ਉਹਨਾਂ ਦੇ ਵਿੱਚ ਸਰਕਾਰ ਦੇ ਵਿੱਚ ਜੋ ਤੁਹਾਡੀ ਕਾਰਗੁਜ਼ਾਰੀ ਹੈ ਉਹਦੇ ਤੇ ਜ਼ਿਆਦਾ ਕੁਝ ਡਿਪੈਂਡੈਂਟ ਨਹੀਂ ਹੁੰਦਾ। ਲੋਕ ਹੋਰ ਗੱਲਾਂ ਦੇ ਆਧਾਰ ਤੇ ਜਿਹੜੇ ਹੈਗੇ ਵੋਟਾਂ ਪਾਉਂਦੇ ਨੇ। ਆਮ ਤੌਰ ਤੇ ਅਸੀਂ ਦੇਖਿਆ ਹੀ ਹੈ ਕਿ ਜਿੰਨੀ ਮਰਜ਼ੀ ਕਈ ਵਾਰੀ ਮਾੜੀ ਪਰਫਾਰਮੈਂਸ ਹੋਵੇ ਪੋਲੀਟੀਕਲ ਪਾਰਟੀ ਦੀ, ਪਰ ਰਾਜਨੀਤਿਕ ਸਮੀਕਰਨ ਤਾਂ ਹੋਰ ਤਰ੍ਹਾਂ ਹੀ ਬਣਦੇ ਹੈਗੇ ਜੀ, ਜਿਹੜੀ ਸੋਸ਼ਲ ਇੰਜੀਨੀਅਰਿੰਗ ਹੁੰਦੀ ਹੈ। ਤਾਂ ਇਹਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜੋ ਚੌਥੀ ਧਿਰ ਬਣਨ ਜਾ ਰਹੀ ਹੈ ਇਹ ਕਾਫੀ ਵਾਇਬਲ ਆਲਟਰਨੇਟਿਵ ਹੋ ਸਕਦਾ ਹੈ। ਇਹ ਤਾਂ ਨਹੀਂ ਕਹਿ ਸਕਦੇ ਕਿ ਇਹਦੀ ਸਰਕਾਰ ਬਣ ਜਾਏਗੀ, ਪਰ ਇਹਦੀ ਸਪੋਰਟ ਤੋਂ ਬਗੈਰ ਕੋਈ ਸਰਕਾਰ ਬਣਨੀ ਮਤਲਬ ਜਿਹੜੀ ਹੈ ਉਹ ਸੰਭਵ ਨਹੀਂ ਲੱਗਦੀ ਇਸ ਟਾਈਮ, ਅਗਰ ਇਸ ਤਰ੍ਹਾਂ ਦਾ 3-4 ਕੰਪੋਨੈਂਟ ਬਣ। ਇੱਕ ਆਖਰੀ ਪਹਿਲੂ ਬਸ 30 ਸੈਕਿੰਡ ਚ ਮੁਕਾ ਦਿਓ। ਸਭ ਤੋਂ ਵੱਧ ਮੈਨੂੰ ਲੱਗਦਾ ਕਿ ਮਾਰ ਆਮ ਆਦਮੀ ਪਾਰਟੀ ਨੂੰ ਪੈਣ ਵਾਲੀ ਹੈ, ਜਿਹਦਾ ਜੇ ਲੱਕ ਸਿੱਧਾ ਨਹੀਂ ਹੋਇਆ ਸੀ, ਜਿਹਦੀ ਲੀਡਰਸ਼ਿਪ ਨਿਰਧਾਰਤ ਨਹੀਂ ਸੀ ਹੋਈ, ਜਿਹਦਾ ਅਜੇ ਕੁਝ ਵੀ ਕਲੀਅਰ ਨਹੀਂ ਸੀ। ਮੈਨੂੰ ਲੱਗਦਾ ਕਿ ਚੌਥੀ ਧਿਰ ਆ ਕੇ ਕਿਤੇ ਤੀਜੀ ਧਿਰ ਨਾ ਬਣ ਜਾਵੇ ਔਰ ਉਹਦੀ ਸਪੇਸ ਵੀ ਕਿਤੇ ਇਹ ਜਿਹੜਾ ਚੌਥਾ ਧੜਾ ਬਣ ਰਿਹਾ ਇਹ ਨਾ ਗ੍ਰੈਂਡ ਕਰ ਜੇ, ਕਿਉਂਕਿ ਇਹਦੇ ਨਾਲ ਜੁੜੇ ਬਹੁਤ ਸਾਰੇ ਲੀਡਰ, ਜਿਨ੍ਹਾਂ ਦੇ ਵਿੱਚੋਂ ਮੈਂ ਢੀਂਡਸਾ ਸਾਹਿਬ ਦੀ ਗੱਲ ਕਰਾਂ, ਉਹਨਾਂ ਨਾਲ ਤਲਵੰਡੀ ਪਰਿਵਾਰ ਦੇ ਫਰਜ਼ੰਦ ਜੁੜੇ ਆ, ਰਣਜੀਤ ਸਿੰਘ ਤਲਵੰਡੀ, ਉਹਨਾਂ ਦੇ ਵਿੱਚ ਜਸਟਿਸ ਨਿਰਮਲ ਸਿੰਘ ਤੇ ਉਹਨਾਂ ਦੀ ਸ਼ਰੀਕੇ ਹਯਾਤ ਬੀਬੀ ਗੁਲਸ਼ਨ ਜੁੜੇ, ਜਿਹੜੇ 2-3 ਵਾਰ ਦੇ MP ਨੇ। ਉਹਨਾਂ ਦੇ ਨਾਲ ਬਹੁਤ ਸਾਰੇ ਇਲਾਕਿਆਂ ਚੋਂ ਜਿੱਦਾਂ ਨਧੜਕ ਸਿੰਘ ਬਰਾੜ ਜੁੜੇ ਆ, ਬਹੁਤ ਸਾਰੇ ਲੋਕ ਐਸੇ ਹੋਰ ਨੇ, ਔਰ ਉਹ ਲੋਕ ਆਪਣੇ ਆਪਣੇ ਹਲਕਿਆਂ 'ਚ ਆਧਾਰ ਰੱਖਦੇ, ਕਿਤੇ ਇਹ ਨਾ ਹੋਵੇ ਕਿ ਆਮ ਆਦਮੀ ਪਾਰਟੀ ਦੀ ਸਾਰੀ ਸਪੇਸ ਗ੍ਰੈਬ ਕਰ ਜਾਣੇ। ਇਹ ਆਖਰੀ ਟਿੱਪਣੀ। ਵੈਸੇ ਗੱਲ ਠੀਕ ਹੈ ਕਿ ਆਮ ਆਦਮੀ ਪਾਰਟੀ ਦਾ ਪਹਿਲਾਂ ਵੀ ਕੋਈ ਸਮਰਥਨ ਆਧਾਰ ਬਹੁਤ ਲੰਬਾ ਚੌੜਾ ਨਹੀਂ ਸੀ, ਮਾਲਵੇ ਦੇ ਵਿੱਚ ਹੀ ਸੀ,
ਔਰ 2017 ਤੋਂ ਬਾਅਦ ਕਿੰਨੇ 4-5 ਐਮਐਲਏ ਉਹਨਾਂ ਦੇ ਛੱਡ ਕੇ ਚਲੇ ਗਏ। ਔਰ ਲਗਾਤਾਰ ਜਿਹੜੇ ਇਸ਼ੂਜ਼ ਹੈਗੇ ਜੀ ਉਹਨਾਂ ਤੇ ਗੱਲ ਨਾ ਕਰਦੀ, ਉਸ ਤਰ੍ਹਾਂ ਵੋਕਲ ਹੋ ਕੇ। ਹਾਲਾਂਕਿ ਨੂਮੈਰੀਕਲੀ ਤਾਂ ਆਮ ਆਦਮੀ ਪਾਰਟੀ ਮੇਜਰ ਆਪੋਜੀਸ਼ਨ ਪਾਰਟੀ ਹੈ, ਆਫੀਸ਼ੀਅਲ ਆਪੋਜੀਸ਼ਨ ਹੈ, ਪਰ ਉਸ ਤਰ੍ਹਾਂ ਦਾ ਰੋਲ ਜਿਸ ਤਰ੍ਹਾਂ ਲੋਕ ਐਕਸਪੈਕਟ ਕਰਦੇ ਸੀ ਉਸ ਤਰ੍ਹਾਂ ਦਾ ਨਹੀਂ ਕੀਤਾ। ਤੇ ਆਮ ਆਦਮੀ ਪਾਰਟੀ ਜਿਹੜਾ ਹੈਗਾ ਉਹ ਮਾਝੇ ਤੇ ਦੁਆਬੇ ਦੇ ਵਿੱਚ ਪਹਿਲਾਂ ਹੀ ਉਹਨਾਂ ਦਾ ਇਨਫਲੂਐਂਸ ਹੈ ਨਹੀਂ। ਮੈਨੂੰ ਲੱਗਦਾ ਕਿ ਇਹ ਜਿਹੜਾ ਤੀਸਰਾ ਧਿਰ ਹੈ, ਬਿਲਕੁਲ ਅਗਰ ਇਹ ਆਲਟਰਨੇਟਿਵ ਖੜਾ ਹੁੰਦਾ, ਜਿਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ, ਉਹਨੂੰ ਪਤਾ ਨਹੀਂ ਹੁੰਦਾ ਸਿਆਸਤ ਦੇ ਵਿੱਚ ਕਿ ਜੋ ਗੱਲ ਚੱਲ ਰਹੀ ਹੈ ਉਹਦੇ ਹਿਸਾਬ ਨਾਲ ਅੱਗੇ ਸਿਆਸਤ बढ़ेगी ਵੀ ਕਿ ਨਹੀਂ। ਅਗਰ ਇਹ ਚਾਰੋਂ ਹੀ ਕੰਪੋਨੈਂਟ ਇਕੱਠੇ ਹੋ ਜਾਂਦੇ ਨੇ, ਅਮਰਿੰਦਰ ਸਿੰਘ ਦੀ ਪਾਰਟੀ, ਬੀਜੇਪੀ, ਸੰਯੁਕਤ ਅਕਾਲੀ ਦਲ, ਲੋਕ ਇਨਸਾਫ ਪਾਰਟੀ, ਤੇ ਮੈਨੂੰ ਲੱਗਦਾ ਕਿ ਤੀਸਰਾ ਬਦਲ ਤਾਂ ਇਹੀ ਬਣ ਜਾਣਾ। ਬਿਲਕੁਲ ਬੜਾ ਬਿਲਕੁਲ ਇੰਪੋਰਟੈਂਟ ਇਹ ਆਲਟਰਨੇਟਿਵ ਬਣ ਜਾਣਾ। ਤੇ ਇਹ ਤੋਂ ਬਗੈਰ ਤਾਂ ਕੋਈ ਸਰਕਾਰ ਬਣਨੀ ਔਖੀ ਹੋ ਜਾਣੀ ਹੈ ਜਿਸ ਤਰ੍ਹਾਂ ਦਾ ਹੈ। ਜੀ ਜੀ, ਬਹੁਤ ਬਹੁਤ ਤੁਸੀਂ ਤਫਸੀਲ ਦੇ ਵਿੱਚ ਮੈਨੂੰ ਸਮਝਾਤਾ। ਮੈਨੂੰ ਤਾਂ ਹੁਣ ਸਿਆਸਤ ਆਉਣ ਲੱਗੀ, ਕਿਤੇ ਇਹ ਨਾ ਹੋਵੇ ਕਿਤੇ ਪੰਜਵਾਂ ਧੜਾ ਅਸੀਂ ਬਣਾ ਲਈਏ ਪ੍ਰੋਫੈਸਰ ਸਾਹਿਬ ਦੀ ਅਗਵਾਈ ਚ। ਬਹੁਤ ਮਿਹਰਬਾਨੀ। ਨਹੀਂ, ਤੁਸੀਂ ਬਹੁਤ ਵਧੀਆ ਸਪਾਂਸਰ ਕਰਦੇ ਹੋ ਪ੍ਰੋਗਰਾਮ ਔਰ ਬੜੇ ਮਕਬੂਲ ਹੋ ਲੋਕਾਂ ਦੇ ਵਿੱਚ, ਬਹੁਤ ਲੋਕ ਤਾਰੀਫ ਕਰਦੇ ਰਹਿੰਦੇ ਨੇ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ।